ਸਾਹਿਬ ਜੀ। श्री नानक अंगद गुरु अमरदास पद बंद। रामदास अर्जन गुरु बार श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है मानव भगत वैराग। श्री गुरु ग्रंथ साहिब उदद बंदों कर अनुराग। श्री गुरु शब्द कमाए जिनो जीते पंच विकार। तिन संतन को बंदना सिर चरण पर तार। एक ओंकारा सतगुरु ते प्रसाद सच होए। वाहिगुरु जी की फतेह विघ्न विनाशन सोए। एक ओंकारा सतगुरु ते प्रसाद सच होए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा सूर हजार को बचे जब। काले खान विचार। लरो आप गुर संग में मरो के लहो मार। सूर हजार क बचे जब काले खान विचार। वाहिगुरु जी का खालसा वाहिगुरु जी की फतेह। परम सन्मान जोग चवर छत्र तख्त दे मालक। गुरता गदी दे तख्त सुभाएमान। प्रगट गुरां की देह प्रताख हार। धन धन सतगुरु श्री गुरु ग्रंथ साहिब महाराज जी दे परम पवित्र सत संगत हजूरी दे अंदर देग तेग दे धनी बंदगी दे पुंज। शांत स्वरूप धर्म रखियक धन धन श्री गुरु तेग बहादुर साहिब महाराज जी दे परम पवित्र तप अस्थान गुरुद्वारा श्री भोरा साहिब जी विखे सतगुरां दे हजूर सजे हुए दीवाना विच हाजरियां भर रहे गुरु प्यारी खालसा साध संगत जी। साहिबा ने साडे ते बहुता तरस करके अपने चरनां विच बैठण दा सानूं समां बख्शिया है। चल रहे लड़ीवार गुर इतिहास दे प्रसंग आप जी ने इत्थों तिकर सरवण कीते ने। करतारपुर साहिब दा युद्ध जारी है ते जिस जंग दे विच तुरकां दे 4 जरनैल जिहड़े सन 5 दे विचों मारे गए ने। सब तो पहला अनवर खोजा मारिया, फिर पैंदे खान नूं मारिया अते इसे प्रकार उस्मान खान ते जलंधर दा सूबा कुतुब खान मारिया गया है। ये 4 जरनैल मारे ने। जदों भाई अमिया जी ਅਤੇ ਭਾਈ ਮਿਹਰ ਚੰਦ ਜੀ ਜੰਗ ਦੇ ਵਿੱਚ ਅਨੇਕਾਂ ਤੁਰਕਾਂ ਦੀ ਵੱਢ ਟੁੱਕ ਕਰਦਿਆਂ ਸ਼ਹੀਦ ਹੋਏ ਅਤੇ ਇਸ ਤੋਂ ਪਹਿਲਾਂ ਭਾਈ ਲਖੂ ਜੀ ਸ਼ਹੀਦ ਹੋਏ। ਗੁਰੂ ਕੇ 3 ਸਿੱਖ ਜਰਨੈਲ ਸ਼ਹੀਦ ਹੋਏ ਨੇ। ਤੁਰਕਾਂ ਦੇ 4 ਜਰਨੈਲ ਮਾਰੇ ਗਏ ਹਨ।
ਤੇ ਹਜ਼ਾਰਾਂ ਦੀ ਗਿਣਤੀ ਵਿੱਚ ਤੁਰਕਾਂ ਦੀ ਫੌਜ ਮਾਰੀ ਗਈ ਹੈ। ਜਦੋਂ ਭਾਈ ਅਮੀਆਂ ਜੀ ਤੇ ਮੇਰ ਚੰਦ ਨੂੰ ਸ਼ਹੀਦ ਹੋਇਆ ਜਾਣਿਆ, ਛੇਵੇਂ ਪਾਤਸ਼ਾਹ ਨੇ ਖਿੱਚ ਖਿੱਚ ਕੇ ਤੀਰ ਚਲਾਏ ਵੈਰੀ ਤੇ। ਉਸ ਵੇਲੇ ਜਲੰਧਰ ਦਾ ਸੂਬਾ ਕੁਤਬ ਖਾਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਰਾਜ ਦੇ ਸਾਹਮਣੇ ਆਣ ਡਟਿਆ। ਸਤਿਗੁਰਾਂ ਨੂੰ ਲਲਕਾਰਾ ਮਾਰਿਆ, ਤੀਰ ਚਲਾਇਆ, ਸਾਹਿਬਾਂ ਦੇ ਨੇੜੇ ਲੰਘ ਗਿਆ। ਗੁਰਾਂ ਦਾ ਤੀਰ ਇਹਦੇ ਘੋੜੇ 'ਚ ਵੱਜਾ ਤੇ ਘੋੜਾ ਮਰ ਗਿਆ ਤੇ ਹੇਠਾਂ ਉਤਰ ਆਇਆ। ਕਿਰਪਾਨ ਸੂਦ ਕੇ ਮਹਾਰਾਜ ਦੇ ਘੋੜੇ ਦੇ ਮੂੰਹ ਦੇ ਉੱਤੇ ਮਾਰਨ ਲੱਗਾ। ਸਤਿਗੁਰਾਂ ਵਾਰ ਬਚਾ ਕੇ ਤੇ ਪੂਰੇ ਬਲ ਨਾਲ ਵਾਰ ਕੀਤਾ ਤੇ ਕੁਤਬ ਖਾਂ ਜਲੰਧਰ ਦੇ ਸੂਬੇ ਦਾ ਸਿਰ ਵੱਢ ਕੇ ਧੜ ਦੇ ਨਾਲੋਂ ਜੁਦਿਆਂ ਕਰ ਦਿੱਤਾ ਹੈ। ਇਵੇਂ ਜਲੰਧਰ ਦਾ ਸੂਬਾ ਜਦੋਂ ਮਾਰਿਆ ਗਿਆ ਤੇ ਬਹੁਤੇ ਤੁਰਕਾਂ ਨੇ ਇੱਕਦਮ ਗੁਰੂ ਹਰਗੋਬਿੰਦ ਸਾਹਿਬ ਵੱਲ ਹੱਲਾ ਕੀਤਾ। ਬਾਬਾ ਬਿਧੀ ਚੰਦ ਜੀ ਨੇ ਵੇਖ ਕੇ ਅੱਗੋਂ ਤੁਰਕੜੇ ਸਾਰੇ ਘੇਰ ਲਏ ਹਨ ਤੇ ਬਹੁਤਿਆਂ ਦਾ ਨਾਸ਼ ਕੀਤਾ ਹੈ। ਇਸ ਪ੍ਰਕਾਰ ਦੇ ਨਾਲ ਜੰਗ ਕਰਦਿਆਂ ਕੁਝ ਕੁ ਕਾਲੇ ਖਾਨ ਦੇ ਸਮੇਤ ਫੌਜਾਂ ਬਚੀਆਂ ਨੇ। ਜਿੱਤ ਦੀ ਆਸ ਛੱਡ ਦਿੱਤੀ ਹੈ। ਹੁਣ ਜਿਵੇਂ ਕਿਵੇਂ ਇਹ ਆਖਰੀ ਵਾਰ ਹੱਲਾ ਕਰਨ ਦੇ ਲਈ ਆਪਣੇ ਸਾਥੀਆਂ ਨੂੰ ਮਨਾਉਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥੋਂ ਇਹ ਕਾਲੇ ਖਾਨ ਪਿਸ਼ੌਰ ਦਾ ਸੂਬੇਦਾਰ ਜਿਹੜਾ ਕਮਾਂਡ ਦੇ ਰਿਹਾ ਸੀ, ਅਗਵਾਈ ਕਰ ਰਿਹਾ ਸੀ ਸਾਰੀ ਮੁਹਿੰਮ ਨੂੰ, ਉਸ ਦਾ ਅੰਤ ਮਹਾਰਾਜ ਦੇ ਹੱਥੋਂ ਹੁੰਦਾ ਹੈ। ਦੋ ਟੋਟੇ ਕਰਕੇ ਧਰਤੀ ਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਿੱਟਦੇ ਨੇ। ਇਹ ਪ੍ਰਸੰਗ ਆਪਾਂ ਅੱਜ ਸਰਵਣ ਕਰਨੇ ਨੇ। ਆਓ ਸ਼ਸਤਰਧਾਰੀ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਦਿਆਲੂ ਕਿਰਪਾਲੂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਧਾਰੋ, ਰਸਨਾ ਕਰੋ ਪਵਿੱਤਰ, ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੂਰ ਹਜ਼ਾਰਕ ਬਚੇ ਜਬ। ਇਸ ਪ੍ਰਕਾਰ ਦੇ ਨਾਲ ਜਦੋਂ ਕੁਤਬ ਖਾਨ ਜਲੰਧਰ ਦਾ ਸੂਬਾ ਮਾਰਿਆ ਗਿਆ, ਇਹਨਾਂ ਰਲ ਮਿਲ ਕੇ ਜਿਹੜਾ ਆਖਰੀ ਹੱਲਾ ਕੀਤਾ ਸੀ ਉਹਦੇ ਵਿੱਚ ਵੀ ਬਹੁਤਾ ਨੁਕਸਾਨ ਹੋਇਆ। ਜਦੋਂ ਤੁਰਕਾਂ ਦਾ ਹਜ਼ਾਰ ਕੁ ਦੀ ਗਿਣਤੀ ਰਹਿ ਗਈ ਹੈ। ਵੇਖੋ 75,000 ਤਾਂ ਟਰੇਨਡ ਫੌਜ ਲੈ ਕੇ ਆਏ ਸੀ ਤੇ ਇਹ ਤੋਂ ਇਲਾਵਾ ਡਾਕੂ ਲਟੇਰੇ ਜਿਹੜੇ ਦੁਆਬੇ 'ਚੋਂ ਇਕੱਠੇ ਹੋਏ, ਉਹਨਾਂ ਦੀ ਗਿਣਤੀ ਕੋਈ ਨਹੀਂ, ਲੱਖ ਦੇ ਨੇੜੇ ਪਹੁੰਚਦੇ ਆ। ਉਹਨਾਂ 'ਚੋਂ ਕੇਵਲ 1,000 ਸੂਰਮਾ ਬਚਿਆ ਹੈ ਅਤੇ ਇਸ ਦੇ ਨਾਲ ਹੀ ਕਾਲੇ ਖਾਨ ਵਿਚਾਰ। ਜਦੋਂ 1000 ਕ ਆਪਣੇ ਫੌਜੀ ਸਿਪਾਹੀ ਬਾਕੀ ਰਹਿ ਗਏ ਵੇਖੇ ਤਾਂ ਜਿਹੜਾ ਕਾਲੇ ਖਾਨ ਹੈ ਪਿਸ਼ੌਰ ਵਾਲਾ, ਇਹ ਸੋਚੀ ਪੈ ਗਿਆ। ਲਰੋਂ ਆਪ ਗੁਰੂ ਸੰਗ ਮੈਂ। ਕਹਿੰਦਾ ਹੁਣ ਤਾਂ ਇਦਾਂ ਹੀ ਕਰਨੀ ਬਣਦੀ ਹੈ ਵੀ ਪਹਿਲਾਂ ਤਾਂ ਮੈਂ ਆਪਣੀ ਫੌਜ ਲੜਾਉਂਦਾ ਰਿਹਾ ਹਾਂ, ਹੁਣ ਮੈਨੂੰ ਖੁਦ ਜਾ ਕੇ ਮੈਦਾਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਲੜਨਾ ਚਾਹੀਦਾ ਹੈ। ਮਰੋਂ ਕੇ ਲਹੂ ਮਾਰ। ਜਾਂ ਕਹਿੰਦਾ ਵੀ ਮੈਂ ਮਰ ਜਾਵਾਂਗਾ ਤੇ ਜਾਂ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਾਰ ਲਵਾਂਗਾ। ਭੁਜੰਗ ਪ੍ਰਿਆਤ ਛੰਦ ਬਚੇ ਵੀਰ ਜੇਤੇ ਭਏ ਕਥਾਈ। ਇਸ ਤਰ੍ਹਾਂ ਜਿੰਨੇ ਕੁ ਸਾਧ ਸੰਗਤ 1000 ਕੁ ਦੀ ਗਿਣਤੀ ਦੇ ਨੇੜੇ ਤੇੜੇ ਤੁਰਕ ਸੂਰਮੇ ਬਚੇ ਸਨ, ਉਹਨਾਂ ਸਾਰਿਆਂ ਨੂੰ ਜਿਵੇਂ ਕਿਵੇਂ ਕਰਕੇ ਖਿਲਰੇ ਹੋਏ ਸੀ। ਸੱਜੇ ਖੱਬੇ ਡਰ ਦਾ ਕੋਈ ਗਾਹ ਨੂੰ ਨਹੀਂ ਸੀ ਆ ਰਿਹਾ ਅੱਗੇ ਨੂੰ, ਕਿਉਂਕਿ ਅੱਗੋਂ ਮਾਰ ਬੜੀ ਪੈਂਦੀ ਹੈ। ਗੁਰੂ ਕੇ ਸੂਰਮੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਂਦਾ ਨਹੀਂ ਕਿਸੇ ਨੂੰ ਛੱਡਦੇ। ਇਹਨਾਂ ਨੂੰ ਹੌਸਲਾ ਜਿਹਾ ਦੇ ਕੇ ਕਾਲੇ ਖਾਨ ਨੇ ਇੱਕ ਥਾਂ ਤੇ ਇਕੱਠੇ ਕਰ ਲਿਆ। ਹਿਰਦੇ ਧੀਰ ਖੋਈ ਪਿੱਖੇ ਤੇ ਲੜਾਈ। ਜੰਗ ਵੇਖ ਕੇ ਇਹਨਾਂ ਦੇ ਹਿਰਦੇ ਵਿੱਚ ਧੀਰਜ, ਕੋਈ ਹੌਸਲਾ ਨਹੀਂ ਹੈ। ਅੰਦਰ ਦੀ ਧੀਰਜ ਹਾਰ ਗਏ ਨੇ ਵੀ ਅਸੀਂ ਕੀ ਕਰਾਂਗੇ, ਜਿੱਥੇ 75,000 ਨੇ ਕੁਝ ਕਰ ਲਿਆ, ਹੁਣ ਅਸੀਂ 1000 ਬਚ ਗਏ, ਅਸੀਂ ਕੀ ਕਰ ਲਾਂਗੇ। ਵੀ ਹਿਰਦੇ ਤੋਂ ਬਿਲਕੁਲ ਹੀ ਧੀਰਜ ਦੂਰ ਹੋ ਗਈ ਹੈ। ਜੰਗ ਵੇਖ ਕੇ ਡਰੇ ਪਏ ਹਨ ਤੁਰਕ। ਨਹੀਂ ਦੇਰ ਲਾਗੀ ਇਤੀ ਸੈਨ ਜੂਝੀ। ਕਹਿੰਦੇ ਵੀ ਦੇਰ ਨਹੀਂ ਲੱਗੀ, ਕੋਈ ਬਹੁਤਾ ਕੋਈ 4-5 ਦਿਨ ਜਾਂ ਮਹੀਨਾ ਹੋਵੇ ਵੀ ਇੰਨੇ ਸਮੇਂ 'ਚ ਕਹਿੰਦੇ ਕੁਝ ਕੁ ਪਹਿਰਾਂ ਦੇ ਵਿੱਚ ਹੀ 2-2.5 ਪਹਿਰਾਂ ਦੇ ਵਿੱਚ ਸਾਰੀ ਫੌਜ ਹੀ ਜੂਝ ਗਈ, ਮਰ ਗਈ ਜੰਗ ਦੇ ਵਿੱਚ। ਹਾਨੀ ਆਨ ਪੁਨੈ ਨਹੀਂ ਜਾਏ ਇਸ ਬੁਝੀ।
ਤਾਂ ਸੋਚੀ ਪੈ ਗਏ ਐ ਵੀ ਇੰਨੀ ਸਾਡੀ ਫੌਜ ਸੀ, ਕਿੰਨੇ ਆ ਕੇ ਮਾਰਤੀ ਹੈ, ਕੋਈ ਆਕਾਸ਼ੋਂ ਉਤਰ ਆਇਆ, ਕਿ ਇਸ ਗੱਲ ਦੀ ਸਮਝ ਨਹੀਂ ਪੈਂਦੀ, ਕਿਉਂਕਿ ਗੁਰੂ ਦੇ ਸਿੱਖ ਤਾਂ ਥੋੜ੍ਹੇ ਕੀ ਹੈ ਤੇ ਉਹਨਾਂ ਨੇ ਕਿਵੇਂ ਮਾਰਤਾ, ਇਹ ਸੋਚਦੇ ਪਰੇਸ਼ਾਨ ਹੋ ਗਏ ਹਨ। ਉੱਡੈ ਗਿਰਦ ਬ੍ਰਿੰਦਮ ਰੰਡੇ ਕੰਕ ਬੰਕਮ। ਸੋ ਇਸ ਪ੍ਰਕਾਰ ਦੇ ਨਾਲ ਜਿੱਥੇ ਸੂਰਮੇ ਮਰੇ ਪਏ ਨੇ ਉੱਥੇ ਸਾਧ ਸੰਗਤ ਤੇ ਜਾਨਵਰ ਆਣ ਪਹੁੰਚੇ, ਜਿਵੇਂ ਹੱਡੇ ਰੋੜੇ ਦੇ ਪਸ਼ੂ ਮਰੇ ਹੋਣ ਤਾਂ ਕਿਵੇਂ ਕਈ ਮਾਸ ਖਾਣੇ ਆਣ ਪਹੁੰਚਦੇ ਨੇ, ਇਸੇ ਪ੍ਰਕਾਰ ਦੇ ਨਾਲ ਜੰਗ ਵਾਲੇ ਥਾਂ 'ਤੇ ਜਿੱਥੇ ਬਹੁਤੇ ਤੁਰਕਗਣ ਮਰੇ ਪਏ ਹਨ ਉੱਥੇ ਆਣ ਕਰਕੇ ਗਿਰਜਾਂ ਉੱਡ ਰਹੀਆਂ ਨੇ ਤੇ ਕਾਂ, ਜੰਗਲੀ ਕਾਂ, ਦੇਸੀ ਕਾਂ ਆ ਕੇ ਕਾਂ ਕਰਦੇ ਮਾਸ ਖਾ ਰਹੇ ਨੇ। ਬਹੁਤ ਹੀ ਉੱਚੀ ਉੱਚੀ ਜਿਹੜੇ ਗਿੱਦੜ ਬੋਲਦੇ ਪਏ ਨੇ, ਕੁੱਤੇ ਭੌਂਕਦੇ ਹਨ। ਇਸ ਪ੍ਰਕਾਰ ਦੇ ਨਾਲ ਕਈ ਥਾਵਾਂ 'ਤੇ ਜਿਹੜੇ ਜ਼ਖਮੀ ਹੋਏ ਨੇ ਸੂਰਮੇ, ਕਿਤੇ ਘਾਇ ਖਾਏ ਸੁਨੈ ਨਾਦ ਚਮਕੈ। ਕਹਿੰਦੇ ਵੀ ਜ਼ਖਮ ਖਾ ਕੇ, ਫੱਟ ਖਾ ਕੇ ਡਿੱਗੇ ਹੋਏ ਸੂਰਮੇ ਜਿਹੜੇ ਹਨ ਉਹ ਵੀ ਸਭ ਬੜੇ ਅਚੰਭਤ ਹੋ ਰਹੇ ਨੇ, ਜ਼ਖਮ ਖਾਧੇ ਹੋਏ ਪਏ ਹਨ। ਅਤੇ ਜਿਹੜੀਆਂ ਗਿੱਦੜੀਆਂ ਨੇ, ਕੁੱਤੇ ਨੇ, ਇਹਨਾਂ ਦੀ ਆਵਾਜ਼ ਸੁਣ ਕੇ ਡਰਦੇ ਨੇ ਵੀ ਕਿਤੇ ਸਾਨੂੰ ਜਿਉਂਦਿਆਂ ਨੂੰ ਨਾ ਖਾ ਜਾਣ ਆ ਕਰਕੇ। ਸੁਖੰਬੇ ਮਲੀਨੰ ਨਹੀਂ ਜੰਗ ਚਾਹੈ। ਮੁਖਮ ਭੇ ਮਲੀਨੰ, ਮੁਖ ਮਲੀਨ ਹੋਏ ਨੇ, ਜੰਗ ਕਰਨਾ ਨਹੀਂ ਚਾਹੁੰਦੇ। ਕਹਿੰਦੇ ਆ ਵੀ ਜਿਵੇਂ ਕਿ ਹੁਣ ਜਾਨ ਬਚਾ ਕੇ ਵਾਪਸੀ ਚਲੇ ਜਾਈਏ, ਨਾ ਹੀ ਲੜਨਾ ਪਵੇ। ਹੁਣ ਲੜੈ ਜੋ ਅਬੈ ਜੀਵ ਤੋ ਕੌਣ ਜਾਹੈ। ਤੇ ਜਿਹੜਾ ਹੁਣ ਜੰਗ ਵਿੱਚ ਸਿੱਖਾਂ ਨਾਲ ਲੜੂਗਾ ਉਹ ਕਿਹੜਾ ਜਿਉਂਦਾ ਵਾਪਸ ਮੁੜੂਗਾ, ਇਹਨਾਂ ਵਾਪਸ ਨਹੀਂ ਜਾਣ ਦੇਣਾ। ਤਉ ਖਾਨ ਕਾਲੇ ਦਿਸ਼ਾ ਕੋ ਬਿਲੋਕੈ। ਪਰ ਫਿਰ ਵੀ ਜਿਹੜੇ ਤੁਰਕ ਨੇ ਉਹ ਕਾਲੇ ਖਾਂ ਵੱਲ ਵੇਖ ਰਹੇ। ਹੁਣ ਜਰਨੈਲ ਹੈ ਇਹਨਾਂ ਦਾ, ਮੁਖੀ ਹੈ, ਉਹਦੇ ਨਾਲ ਆਏ ਨੇ ਤੇ ਹੁਣ ਆਪਣੇ ਮੁਖੀ ਵੱਲ ਵੇਖਦੇ ਹਨ। ਲੜੈ ਨਾਹੀਂ ਕੈਸੇ ਕਹੋ ਕੌਣ ਰੋਕੈ। ਮੂੰਹੋਂ ਨਹੀਂ ਕਹਿ ਸਕਦੇ ਵੀ ਇਹ ਕਾਲੇ ਖਾਂ ਜੀ ਹੁਣ ਆਪਾਂ ਨਾ ਲੜੀਏ ਤੇ ਪਿੱਛੇ ਨੂੰ ਨੱਸ ਚੱਲੀਏ ਜਾਨ ਬਚਾ ਕੇ, ਤੇ ਪਰ ਦਿਲੋਂ ਚਾਹੁੰਦੇ ਆ ਵੀ ਕਾਲੇ ਖਾਨ ਆਪ ਵੀ ਆਖੇ ਵੀ ਚਲੋ ਬਈ ਆਪਾਂ ਵਾਪਸ ਲਾਹੌਰ ਚੱਲੀਏ, ਆਪਾਂ ਨਹੀਂ ਜੰਗ ਕਰਨੀ। ਦਿਲੋਂ ਤਾਂ ਇਹ ਚਾਹੁੰਦੇ ਹਨ, ਪਰ ਫਿਰ ਵੀ ਕਾਲੇ ਖਾਨ ਜਰਨੈਲ ਹੈ ਫੌਜ ਦਾ, ਉਹ ਤੋਂ ਡਰਦੇ ਕੋਈ ਮੂੰਹ ਨਹੀਂ ਬੋਲਦੇ। ਗੁਰੂ ਵੀਰ ਜੀਤੇ ਬੱਚੇ ਪ੍ਰਾਨ ਸੰਗਾ। ਇਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜਿੰਨੇ ਕੁ ਸੂਰਮੇ ਜੰਗ ਦੇ ਵਿੱਚ ਸ਼ਹੀਦ ਹੋਣੋਂ ਬਚੇ ਹਨ। ਕਰੈ ਉਤਸ਼ਾਹੰ ਸੋ ਹਵੈ ਕੈ ਨਿਸੰਗਾ। ਉਹ ਲਾਗੇ ਦੇ ਨਾਲ ਦੇ ਸਾਥੀ ਸ਼ਹੀਦ ਹੋ ਗਏ, ਪਰ ਫਿਰ ਵੀ ਉਤਸ਼ਾਹ ਨਹੀਂ ਸਿੱਖਾਂ 'ਚ ਘਟਿਆ। ਗੁਰੂ ਕੇ ਸੂਰਮੇ ਫਿਰ ਵੀ ਬੜੇ ਚਾਅ ਦੇ ਨਾਲ ਨਿਸੰਗ ਹੋ ਕੇ, ਨਿਡਰ ਹੋ ਕਰਕੇ ਸਾਹਮਣੇ ਖੜੇ ਨੇ ਜੰਗ ਵਾਸਤੇ। ਭਾਵ ਕਿ ਤੁਰਕ ਡਰ ਰਹੇ ਨੇ ਵੀ ਜੰਗ ਨਾ ਕਰਨਾ ਪਵੇ, ਸਾਡਾ ਜਰਨੈਲ ਹੀ ਮਨਾ ਕਰਦੇ, ਪਰ ਸਿੱਖ ਫਿਰ ਵੀ ਅੱਗੇ ਖਲੋਤੇ ਨੇ, ਵੱਧ ਕੇ ਵੇਖ ਰਹੇ ਨੇ ਵੀ ਕਦੋਂ ਤੁਰਕ ਆਉਣ ਦੇ ਅਸੀਂ ਇਹਨਾਂ ਦੇ ਆਹੂ ਲਾਈਏ, ਸ਼ਹੀਦੀਆਂ ਪਾਈਏ। ਕਹੈ ਊਚ ਟੇਰਹਿ ਹਨੇ ਛਤਰ ਸਾਰੇ। ਆਪਸ ਵਿੱਚ ਸਿੱਖ ਇੱਕ ਦੂਜੇ ਨੂੰ ਉੱਚੀ ਉੱਚੀ ਬੋਲ ਕੇ ਕਹਿੰਦੇ, ਉਹ ਗੁਰੂ ਕੇ ਸੂਰਮਿਓ ਸਾਰੇ ਵੈਰੀ ਮਾਰੇ ਗਏ ਹਨ, ਤਗੜੇ ਹੋ ਜਾਓ ਹੁਣ। ਵਜੈ ਜੀਤ ਲੈ ਕੇ ਗੁਰੂ ਕੇ ਨਗਾਰੇ। ਥੋੜੇ ਜਿਹੇ ਬਚ ਗਏ, ਇਹਨਾਂ ਨੂੰ ਵੀ ਮਾਰ ਕੇ ਜਿੱਤ ਦੇ ਨਗਾਰੇ ਗੁਰੂ ਹਰਗੋਬਿੰਦ ਸਾਹਿਬ ਦੇ ਦਲ ਪੰਥ ਦੇ ਆਪਾਂ ਖੜਕਾ ਦੇਣੇ ਹਨ। ਮਹਾਮੂੜ ਸ਼ਾਹੂ ਪਠੈ ਸੈਨ ਜੋ। ਸਿੱਖ ਕਹਿੰਦੇ ਉਹ ਵੱਡਾ ਮੂਰਖ ਸ਼ਾਹਜਹਾਨ ਜਦੋਂ ਵੀ ਉਹ ਸੈਨਾ ਚੜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਭੇਜਦਾ ਹੈ। ਜਗਦੀਸ਼ ਸੰਗਮ ਚਾਹੇ ਪੁਰ ਹੋ। ਉਹਨੂੰ ਮੂਰਖ ਨੂੰ ਇਸ ਗੱਲ ਦੀ ਨਹੀਂ ਸਮਝ ਆ ਵੀ ਮੈਂ ਜਗਤ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੀ ਬਰਾਬਰੀ ਕਰਨਾ ਚਾਹੁੰਦਾ। ਉਹ ਮੂਰਖ ਹੈ ਜਿਹੜਾ ਵਾਰ-ਵਾਰ ਫੌਜਾਂ ਭੇਜਦਾ ਹੈ ਤੇ ਛੇਵੇਂ ਪਾਤਸ਼ਾਹ ਦੀ ਬਰਾਬਰੀ ਚਾਹੁੰਦਾ ਹੈ। ਜਿਨੋਂ ਕੇ ਅਗਾਰੀ ਬੰਨੈ ਹੱਥ ਜੋੜੇ। ਸਿੱਖ ਲਲਕਾਰੇ ਮਾਰਦੇ ਕਹਿੰਦੇ ਵੀ ਜਿਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਖਲੋਣਾ ਬਣਦਾ ਹੈ ਸ਼ਾਹਜਹਾਨ ਦੇ ਲਈ। ਤਿੰਨੋਂ ਸਾਥ ਲੋਹਾ ਕਰੈ ਧਾਰ ਜੋਰੈ। ਕਹਿੰਦੇ ਉਹਨਾਂ ਦੇ ਨਾਲ ਜੰਗ ਦੇ ਵਿੱਚ ਆ ਕੇ ਪੂਰਾ ਜ਼ੋਰ ਕਰਕੇ ਲੋਹੇ ਤੇ ਲੋਹਾ ਲੈ ਕੇ ਪੈਂਦੇ ਹਨ। ਚਮੂ ਬ੍ਰਿੰਦ ਭੇਜੀ ਕਈ ਵਾਰ ਮਾਰੀ। ਬਹੁਤੀ ਫੌਜ ਵੇਖੋ ਇਹਨੇ ਤੁਰਕੜੇ ਨੇ ਇਸ ਸ਼ਾਹਜਹਾਨ ਨੇ ਚੌਥੀ ਵਾਰਾਂ ਭੇਜੀ ਹੈ, ਪਰ ਉਹ ਵੀ ਬਹੁਤੀ ਮਾਰੀ ਗਈ ਹੈ। ਤਉ ਮੂਡ ਨਾਹੀ ਕਰਿਓ ਭਾਉ ਭਾਰੀ। ਪਰ ਫਿਰ ਵੀ ਮੂਰਖਾਂ ਨੇ ਆਪਣੇ ਹਿਰਦੇ 'ਚ ਭਾਉ ਭਾਵਨਾ ਨਹੀਂ ਗੁਰੂ ਹਰਗੋਬਿੰਦ ਸਾਹਿਬ ਦੇ ਧਾਰੀ ਵੀ ਇਹਨਾਂ ਦੇ ਅੱਗੇ ਅਸੀਂ ਕਿਵੇਂ ਲੜ ਸਕਦੇ ਹਾਂ। ਕਹੇ ਆਪ ਮੈਂ
ਵੀਰ ਬੰਕੇ ਜੁਝਾਰੇ। ਆਪਣੇ ਆਪ ਵਿੱਚ ਕਹਿੰਦੇ ਐ ਸੂਰਮੇ ਜਿਹੜੇ ਗੁਰੂ ਕੇ ਸਿੱਖ ਨੇ ਆਪਸ ਵਿੱਚ ਗੁਰਮਤਾ ਕਰਦੇ ਆ, ਉੱਚੀ ਉੱਚੀ ਇੱਕ ਦੂਜੇ ਨੂੰ ਆਜਾਂ ਮਾਰਦੇ ਆ। ਇਹ ਮੂਰਖ ਹੈ ਸ਼ਾਹਜਹਾਨ ਜਿਹੜਾ ਆਪਣੇ ਸਾਥੀਆਂ ਨੂੰ ਮਾਰਨ ਦੇ ਲਈ ਗੁਰੂ ਦੇ ਅੱਗੇ ਭੇਜ ਦਿੰਦਾ ਹੈ। ਪੰਗਾ ਨ ਤੀਰਨ ਕੋ ਹਾਥ ਧਾਰੇ। ਕਿਸੇ ਨੇ ਹੱਥ ਵਿੱਚ ਰਫਲ ਪਕੜੀ ਹੋਈ ਹੈ, ਕਿਸੇ ਨੇ ਤੀਰ ਕਮਾਨ ਧਾਰਨ ਕੀਤਾ ਏ। ਉਤੈ ਖਾਨ ਕਾਲੇ ਕਰਿਓ ਚੀਤ ਗੱਡਾ। ਉਧਰ ਦੂਸਰੇ ਪਾਸੇ ਕਾਲੇ ਖਾਨ ਨੇ ਆਪਣਾ ਚਿੱਤ ਜਿਹੜਾ ਗਾੜਾ ਕਰ ਲਿਆ, ਪੱਕਾ ਇਸ ਗੱਲ ਦਾ ਨਿਸ਼ਚਾ ਕਰ ਲਿਆ ਹੈ। ਗੁਰੂ ਸਾਥ ਝੁੰਝੋ ਹਿਰਦੈ ਚਾਵ ਵੱਡਾ। ਨਿਸ਼ਚਾ ਕੀ ਕੀਤਾ ਹੈ, ਕਿਉਂਕਿ ਵੀ ਜੰਗੀ ਜਰਨੈਲ ਹੈ ਤੇ ਜਿਹੜੇ ਜਰਨੈਲ ਹੁੰਦੇ ਉਹਨਾਂ ਨੂੰ ਅਣਖੀ ਮਾਰ ਜਾਂਦੀ ਹੈ। ਤੇ ਜਿਹੜੇ ਗੁਰੂ ਸਾਹਿਬ ਨੇ ਮਾਰੇ ਕੋਈ ਐਵੇਂ ਮਾੜੇ ਮੋਟੇ ਜਰਨੈਲ ਨਹੀਂ ਮਾਰੇ। ਗੁਰੂ ਹਰਗੋਬਿੰਦ ਸਾਹਿਬ ਨੇ ਤਗੜੇ ਤਗੜੇ ਜੇਤੂ ਜਰਨੈਲ ਜੰਗ ਵਿੱਚ ਮਾਰੇ ਆ। ਇਹ ਤੋਂ ਪਤਾ ਲੱਗਦਾ ਕਿ ਪਾਤਸ਼ਾਹ ਦੀ ਤਾਕਤ ਉਹਨਾਂ ਤੋਂ ਵੀ ਵੱਡੀ ਹੈ। ਪਿਸ਼ੌਰ ਦਾ ਸੂਬਾ 52,000 ਜਿਹਦੇ ਕੋਲ ਹਰ ਸਮੇਂ ਤਿਆਰ ਬਰ ਤਿਆਰ ਸਿਪਾਹੀ ਰਹਿੰਦੇ ਸਨ, ਉਹ ਕਿੱਡਾ ਵੱਡਾ ਸੂਬਾ ਹੋਵੇਗਾ, 52,000 ਫੌਜ ਦਾ ਮਾਲਕ। ਸੋ ਇਸ ਪ੍ਰਕਾਰ ਦੇ ਨਾਲ ਕਾਲੇ ਖਾਨ ਨੇ ਅੰਦਰ ਨਿਸ਼ਚਾ ਕਰ ਲਿਆ ਵੀ ਹੁਣ ਗੁਰੂ ਦੇ ਨਾਲ ਜੰਗ ਦੇ ਵਿੱਚ ਜਾ ਕੇ ਜੂਝਾਂ ਮੈਂ ਗੁਰੂ ਹਰਗੋਬਿੰਦ ਸਾਹਿਬ ਨਾਲ। ਜੰਗ ਕਰਨ ਦਾ ਇਹਦੇ ਹਿਰਦੇ 'ਚ ਬੜਾ ਚਾਅ ਵੱਧ ਆਇਆ। ਅਬੈ ਜੰਗ ਤਿਆਗੋਂ ਚਲੋ ਮੈਂ ਭਲਾਈ। ਅਬੈ ਜੰਗ ਤਿਆਗੋਂ ਚਲੋ ਮੈਂ ਭਲਾਈ, ਕਿਉਂਕਿ ਜਿਹੜਾ ਕਹਿੰਦਾ ਵੀ ਜੇ ਮੈਂ ਹੁਣ ਜੰਗ ਨੂੰ ਛੱਡ ਕਰਕੇ ਤੇ ਦੌੜ ਕਰਕੇ ਵਾਪਸ ਚਲਿਆ ਜਾਵਾਂ ਜਾਨ ਬਚਾ ਕੇ, ਨਹੀਂ ਬਾਤ ਆਸ਼ੀ ਰਹੋ ਕੌਣ ਥਾਈ। ਕਾਲੇ ਖਾਂ ਕਹਿੰਦਾ ਮੇਰੇ ਲਈ ਇਹ ਚੰਗੀ ਗੱਲ ਹੀ ਨਹੀਂ ਹੈ, ਮੈਂ ਕਿੱਥੇ ਜਾ ਕੇ ਰਹੂੰ, ਕਿਹਨੂੰ ਮੂੰਹ ਵਿਖਾਊਂਗਾ ਵੀ ਕਾਲੇ ਖਾਨ ਪਿਸ਼ੌਰ ਵਾਲਾ ਜੰਗ ਛੱਡ ਕੇ ਭੱਜ ਆਇਆ। ਇਸ ਕਰਕੇ ਕਹਿੰਦਾ ਜੰਗ ਛੱਡਣਾ ਨਹੀਂ ਚੰਗਾ, ਗੁਰੂ ਦੇ ਨਾਲ ਲੜਨਾ ਠੀਕ ਹੈ। ਲੱਜੈ ਬੰਸ ਖਾਨ ਨਿੰਦਾ ਉਚਾਰੈ। ਨਾਲੇ ਕਹਿੰਦਾ ਵੀ ਜਿਹੜੀ ਮੇਰੀ ਬੰਸ ਹੈ ਪਠਾਨਾ ਖਾਨਾਂ ਦੀ, ਉਹਦੀ ਨਿੰਦਾ ਹੋ ਜੂਗੀ, ਉਹਨਾਂ ਦੀ ਡੰਡ ਲੱਥ ਜੂ। ਸਾਰੇ ਖਾਨ ਪਠਾਨ ਜਿਉਂਦੇ ਆ ਮਰ ਜਾਣਗੇ ਜੇ ਮੈਂ ਜੰਗ ਵਿੱਚੋਂ ਭੱਜਿਆ ਤਾਂ। ਮਰੋ ਹੋਏ ਗਿੱਦੀ ਸਭੈ ਹੀ ਟਿਕਾਰੈ। ਇਸ ਤਰ੍ਹਾਂ ਗਿੱਦੜ ਬਣ ਕੇ ਜੰਗ ਵਿੱਚੋਂ ਜਾਵਾਂਗਾ ਤਾਂ ਵੀ ਤਾਂ ਕਾਲੇ ਖਾਂ ਕਹਿੰਦਾ ਕਿਤੇ ਨਾ ਕਿਤੇ ਮਰਨਾ ਹੀ ਹੈ ਨਾ। ਸਾਰੇ ਮੈਨੂੰ ਤਰਕਾਰਾਂ ਪਾਉਣਗੇ, ਲਾਹਣਤਾਂ ਪਾਉਣਗੇ ਕਿ ਇਹ ਕਾਲੇ ਖਾਨ ਜੰਗ ਚੋਂ ਭੱਜ ਕੇ ਆਇਆ ਹੈ। ਜਸਨਹੀਨ ਹਵਕੈ ਸੁਖਹੀਨ ਜੀਵੋ। ਕਹਿੰਦਾ ਵੀ ਜਿਹੜਾ ਸੂਰਮਾ ਹੁੰਦਾ ਏ, ਉਹਦਾ ਜਦੋਂ ਜਾਸੀ ਚਲਿਆ ਜਾਵੇ, ਜਦੋਂ ਕੋਈ ਸੂਰਮੇ ਦਾ ਕੋਈ ਡਾਰੀ ਨਾ ਮੰਨੇ ਤਾਂ ਫਿਰ ਦੁੱਖ ਦੇ ਸਹਿਤ ਹੀ ਜੀਵਨ ਜੀਆ ਜਾਂਦਾ। ਮੇਰੀ ਜ਼ਿੰਦਗੀ ਨਰਕ ਬਣ ਜਾਵੇਗੀ। ਪਰੋਂ ਦੋਜ ਕੰਮੈ ਜਬੈ ਮ੍ਰਿਤ ਥੀ। ਤੇ ਜਦੋਂ ਮੈਂ ਮਰਾਂਗਾ ਫਿਰ ਨਰਕਾਂ ਵਿੱਚ ਪਵਾਂਗਾ, ਕਿਉਂਕਿ ਜੰਗ ਤੋਂ ਬੇਮੁਖ ਹੋਏ ਦੀ ਕਦੀ ਗਤੀ ਨਹੀਂ ਹੁੰਦੀ। ਇਸ ਤਰ੍ਹਾਂ ਕਾਲੇ ਖਾਨ ਆਪਣੇ ਆਪ ਨੂੰ ਕਹਿੰਦਾ ਹੈ। ਸਦਾ ਕੌਣ ਜੀਵੈ ਮਰੈ ਬੈਸ ਬੀਤੇ। ਕਹਿੰਦਾ ਵੀ ਉਮਰ ਪੂਰੀ ਹੋਏ ਤੋਂ ਮਾਰੀ ਜਾਣਾ, ਸਦਾ ਕਿਹੜਾ ਜੱਗ ਵਿੱਚ ਕੋਈ ਜਿਉਂਦਾ ਰਹਿੰਦਾ ਹੈ। ਭਲੇ ਜੀਵ ਸੇ ਜਸਨ ਲਾਹੇ ਲੀਤੇ। ਤੇ ਭਲੇ ਜੀਵ ਸਹੀ ਚੰਗੇ ਮਨੁੱਖ ਹੋਈ ਹੁੰਦੇ ਆ ਜਿਹੜੇ ਜਗਤ ਦੇ ਵਿੱਚ ਸੂਰਮੇ ਜਸ ਲੈ ਕੇ ਜਾਂਦੇ ਹਨ। ਸਦਾ ਇਸੀ ਭਾਂਤ ਪੂਰੀ ਹਿਰਦੈ ਚਿੰਤ ਕਹਿ ਕੈ। ਇਸ ਪ੍ਰਕਾਰ ਦੇ ਨਾਲ ਬਹੁਤ ਹਿਰਦੇ 'ਚ ਵਿਚਾਰ ਕਰਨ ਤੋਂ ਬਾਅਦ ਚਿੰਤ ਕਹਿ ਕੇ, ਚਿੰਤਾ ਕਰ ਕਰਕੇ, ਫਿਕਰ ਕਰ ਕਰਕੇ ਕਾਲੇ ਖਾਨ ਨੇ ਭਇ ਸਮੁਖ ਸੂਰਤਾ ਚੀਤ ਲੈ ਕੈ। ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਜੰਗ ਕਰਨ ਦੇ ਵਾਸਤੇ ਭਇਓ ਸਮੁਖੰ ਸੂਰਤਾ ਚੀਤ ਲੈ ਕੇ, ਆਪਣੀ ਸੂਰਮ ਗਤੀ ਨੂੰ ਚਿੱਤ 'ਚ ਵਸਾ ਕੇ ਵੀ ਮੈਂ ਸੂਰਮਾ ਹਾਂ, ਮੈਂ ਸ਼ਸਤਰ ਧਾਰੀ ਹਾਂ, ਮੇਰਾ ਕੰਮ ਲੜਨਾ ਮਰਨਾ ਏ ਜਾਂ ਮਾਰ ਦੇਣਾ ਹੈ। ਇਸ ਤਰ੍ਹਾਂ ਸੂਰਮ ਗਤੀ ਲੈ ਕੇ ਸਾਹਮਣੇ ਹੋ ਗਿਆ ਜੰਗ ਦੇ। ਜਿਦੇ ਵੀਰ ਬਾਚੇ ਸਮੀਪੰ ਹਕਾਰੇ। ਜਿੰਨੇ ਕੁ ਤੁਰਕ ਜੰਗ ਦੇ ਵਿੱਚ 1000 ਕੁ ਦੇ ਨੇੜੇ ਬਚੇ ਸਨ, ਸਾਰਿਆਂ ਨੂੰ ਇਹਨੇ ਹੁਕਮ ਕਰਕੇ ਆਪਣੇ ਨੇੜੇ ਬੁਲਾਇਆ ਵੀ ਸਭ ਮੇਰੇ ਪਾਸ ਹੋਵੋ। ਬੜੀ ਧੀਰ ਤੈ ਕੈ ਲਏ ਸੰਗ ਸਾਰੇ। ਬੜੀ ਧੀਰਜ ਦਿੱਤੀ, ਸਾਰਿਆਂ ਨੂੰ ਡਰੇ ਹੋਏ ਸਨ, ਟੁੱਟੇ ਹੋਏ ਸੀ, ਡਰ ਰਹੇ ਸੀ। ਉਹਨਾਂ ਨੂੰ ਗੱਲਾਂ ਕਰਕੇ ਸੂਰਮ ਗਤੀ ਦੀਆਂ, ਬਹਾਦਰੀ ਦੀਆਂ ਕੁਝ ਗੱਲਾਂ ਲਾਲਚ ਦੀਆਂ ਕਹਿ ਕੇ ਤੇ ਸਾਰਿਆਂ ਨੂੰ ਕੁਝ ਹੌਸਲਾ ਜਿਹਾ ਦਿੱਤਾ ਕਾਲੇ ਖਾਨ ਨੇ। ਗੁਰੂ ਕੋ ਗਾਹੋਂ ਬ੍ਰਿੰਦ ਹਵੈ ਕੈ ਨਜੀਕੰ। ਕਹਿੰਦੇ ਵੀ ਹੁਣ ਆਪਾਂ ਇੱਕ ਵਾਰ ਹੱਲਾ ਕਰ ਲਈਏ
ਗੁਰੂ ਹਰਗੋਬਿੰਦ ਸਾਹਿਬ ਦੇ ਨੇੜੇ ਜਾ ਕੇ ਗੁਰੂ ਨੂੰ ਫੜ ਲਈਏ ਜਿਉਂਦਿਆਂ ਹੀ। ਗਹਿਓ ਜੇ ਨਾ ਜਾਈ ਹੁਤੋ ਤੋਪੇ ਨੀਕੰ। ਤੇ ਜੇ ਜਿਉਂਦਿਆਂ ਨਾ ਵੀ ਫੜਿਆ ਜਾਵੇ ਤਾਂ ਨੇੜੇ ਹੋ ਕੇ ਜਿਹਦਾ ਦਾ ਲੱਗਦਾ ਮਾਰ ਦੋ ਗੁਰੂ ਹਰਗੋਬਿੰਦ ਸਾਹਿਬ ਨੂੰ। ਇਹ ਵੀ ਗੱਲ ਚੰਗੀ ਹੋਵੇਗੀ, ਇਹਦੇ ਨਾਲ ਵੀ ਸਾਡਾ ਜਸ ਹੋਵੇਗਾ। ਇਹੋ ਕਾਜ ਪੂਰੋ ਜਬੈ ਹੋਏ ਜਾਵੇ। ਜਦੋਂ ਇਹ ਕੰਮ ਸਾਡਾ ਪੂਰਾ ਹੋ ਜਾਵੇਗਾ ਨਾ, ਗੁਰੂ ਨੂੰ ਮਾਰਨਾ ਜਾਂ ਫੜ ਲੈਣ ਵਾਲਾ ਚਲੇ ਸ਼ਾਹਤ ਕੇ ਤੀਰ ਸਾਰੀ ਸੁਣਾਵੇ। ਤੇ ਫਿਰ ਸ਼ਾਹਜਹਾਨ ਕੋ ਕਾਲੇ ਖਾਂ ਕਹਿੰਦਾ ਆਪਾਂ ਜਾ ਕੇ ਸਾਰੀ ਜੰਗ ਦੀ ਗੱਲ ਦੱਸਾਂਗੇ, ਕਿਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਿਆ ਹੈ। ਲਹਿ ਮੋਜਾਂ ਭਾਰੀ ਧਨ ਚੀਰ ਘੋਰਮ। ਤੇ ਕਹਿਣ ਲੱਗਾ ਹੁਣ ਫਿਕਰ ਹੀ ਨਾ ਕੋਈ ਕਰੋ, ਸੂਰਮੇ ਬਣੋ। ਗੁਰੂ ਦੇ ਵੀ ਤਾਂ ਮਰ ਗਏ ਨੇ, ਸਿੱਖ ਕਿੰਨੇ ਜੇ ਆਪਣੇ ਮਰੇ ਆ। ਤੇ ਜਾ ਕਰਕੇ ਮੌਜਾਂ ਮਾਣੋ, ਬਹੁਤਾ ਧਨ ਸ਼ਾਹਜਹਾਨ ਕੋ ਮਿਲੇਗਾ। ਐਸ਼ ਦੇ ਨਾਲ ਜ਼ਿੰਦਗੀ ਬਤੀਤ ਕਰਾਂਗੇ ਘਰਾਂ 'ਚ। ਗਜਨ ਪਾਲ ਕੀ ਆਦ ਸ਼ੋਭਾ ਨਾ ਥੋੜੇ। ਹਾਥੀ ਮਿਲਣਗੇ, ਅਸਵਾਰੀ ਨਹੀਂ, ਪਾਲਕੀਆਂ ਮਿਲਣਗੀਆਂ, ਸ਼ੋਭਾ ਥੋੜੀ ਨਹੀਂ ਹੋਏਗੀ। ਜਿੱਥੇ ਜਾਇਆ ਕਰਾਂਗੇ ਆਖਿਆ ਕਰਨਗੇ ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਿਆ ਸੀ। ਸੁਖੋਂ ਭੋਗ ਸਾਰੇ ਘਰੋਂ ਬੈਠ ਫੇਰੀ। ਇਸ ਤਰ੍ਹਾਂ ਘਰ ਵਿੱਚ ਬਹਿ ਕੇ ਸੁੱਖ ਦੇ ਨਾਲ ਸਾਰੀ ਉਮਰ ਕਹਿੰਦੇ ਫਿਰ ਤੁਹਾਨੂੰ ਜੰਗ ਲੜਨ ਦੀ ਲੋੜ ਨਹੀਂ ਹੈ, ਸੁੱਖ ਭੋਗਿਓ। ਕਰੋ ਕਾਜ ਕੋ ਓਜ ਤੇ ਏਕ ਬੇਰੀ। ਇਸ ਕਰਕੇ ਸੂਰਮਿਓ ਇੱਕ ਵਾਰ ਬਲ ਵਿਖਾਓ, ਕੇਰਾਂ ਬਲ ਵਿਖਾ ਕੇ ਵੱਧ ਕੇ ਮਾਰ ਲਓ। ਗੁਰੂ ਦੇ ਬਜੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਨੂੰ ਫੜ ਲਵੋ। ਪੁਨਾ ਬੈਸ ਸਾਰੀ ਜਸਮ ਪੂਰ ਪਾਓ। ਫਿਰ ਸਾਰੀ ਉਮਰ ਤੁਹਾਡਾ ਜਸ ਹੀ ਹੋਵੇਗਾ। ਖਾਨ ਪਠਾਨ ਸੈਯਦ ਮੁਗਲ ਜਿੱਥੇ ਵੀ ਬੈਠੋਗੇ ਤੁਹਾਡੀ ਜੈ ਜੈਕਾਰ ਕਰਨਗੇ ਸਾਰੇ। ਸ਼ਰਾਬਾਨ ਪੀਵੋ ਕਾਬਾਨ ਖਾਵੋ। ਤੇ ਜਿੱਦਾਂ ਦੀ ਇਹਨਾਂ ਦੀ ਮੱਤ ਸੀ, ਕਹਿੰਦੇ ਫਿਰ ਬਹਿ ਕੇ ਆਪਣੇ ਸੱਜਣਾ ਮਿੱਤਰਾਂ ਨਾਲ ਸ਼ਰਾਬਾਂ ਪੀਂਦੇ ਰਹੋ, ਕਬਾਬ ਖਾਂਦੇ ਰਹੋ ਸਾਰੀ ਉਮਰ। ਏਵਨ ਭਾਖ ਕੈ ਸੰਗ ਲੀਨੇ ਜੁਝਾਰੇ। ਇਸ ਪ੍ਰਕਾਰ ਦੇ ਨਾਲ ਕਹਿ ਕੇ ਸਾਰੇ ਆਪਣੇ ਬਜੇ ਸੂਰਮੇ ਕਾਲੇ ਖਾਨ ਨੇ ਨਾਲ ਲੈ ਲਏ। ਨਵਾਲਨ ਪਿਆਲਮ ਮੇਲੇ ਉਦਾਰੇ। ਨਾਵਾਲਨ ਪਿਆਲਨ ਮੇਲੀ ਉਦਾਰੇ। ਜਿਹੜੇ ਸਾਧ ਸੰਗਤ ਪਿਆਲਿਆਂ ਦੇ ਭਾਵ ਸ਼ਰਾਬ ਪੀਣ ਦੇ ਇਕੱਠੇ ਪਿਆਲੇ ਜਿਹੜੇ ਭਰ ਭਰ ਕੇ ਇਕੱਠੇ ਬੈਠ ਕੇ ਪੀਣ ਦੇ ਮੇਲੀ ਸਨ ਆਪਣੇ, ਇਹ ਸਾਰੇ ਹੀ ਕਾਲੇ ਖਾਨ ਨੇ ਇਕੱਠੇ ਕਰਕੇ ਤੋਰ ਲਏ ਹਨ। ਸਾਵਧਾਨ ਹਵੈ ਕਹਿ ਕਰੈ ਸ਼ਸਤਰ ਤਿਆਰੀ। ਇਹ ਸਾਵਧਾਨ ਹੋ ਗਏ, ਕਾਲੇ ਖਾਨ ਦੀ ਗੱਲ ਇਹਨਾਂ ਦੇ ਮੰਨਣ ਵਿੱਚ ਆ ਗਈ। ਸ਼ਸਤਰ ਫਿਰ ਇਹਨਾਂ ਨੇ ਤਿਆਰ ਕਰ ਲਏ ਗੁਰੂ ਸਾਹਿਬ ਨਾਲ ਲੜਨ ਦੇ ਲਈ। ਤੋਫਾਂਗਾਨ ਤੀਰੰ ਸੰਗੈ ਸੰਭਾਰੀ। ਤੋਫਾਂਗਾਨ ਕਿਸੇ ਨੇ ਬੰਦੂਕ ਫੜ ਲਈ ਹੈ, ਤੀਰਾਨ ਕਿਸੇ ਨੇ ਛੋਟੇ ਤੀਰ ਕਮਾਨ ਫੜ ਲਏ ਆ, ਸੰਗੇ ਬਰਸ਼ੀਆਂ ਸੰਭਾਲ ਲਈਆਂ। ਲਹਿ ਦੀਹ ਨਿਜੇ ਕਰਾ ਚੌਲ ਭਾਲੇ। ਲੰਮੇ ਲੰਮੇ ਭਾਲੇ ਦੇ ਅੱਗੇ ਨੇਜੇ ਲੈ ਲਏ ਆ, ਕਰਾ ਚੋਲ ਚੰਗੀਆਂ ਕਿਰਪਾਨਾਂ ਲੈ ਲਈਆਂ ਨੇ ਤੇ ਬਰਸ਼ੇ ਪਕੜ ਲਏ ਨੇ। ਵਿਸਾਲੇ ਜੋ ਢਾਲੇ ਉਹ ਛਾਲੇ ਉਤਾਲੇ। ਵੱਡੀਆਂ ਵੱਡੀਆਂ ਢਾਲਾਂ ਲੈ ਲਈਆਂ ਨੇ ਸਾਹਮਣੇ ਸਿੱਖਾਂ ਦੇ ਵਾਰ ਤੋਂ ਬਚਣ ਦੇ ਲਈ। ਉੱਪਰ ਨੂੰ ਉਛਲ ਉਛਲ ਕੇ ਤਾਂ ਨੂੰ ਬਾਹਾਂ ਚੁੱਕ ਚੁੱਕ ਕੇ ਵਿਖਾਉਂਦੇ ਹਨ। ਕਸੈ ਦੋਏ ਗੋਰੀ ਪਲੀਤਾ ਮਿਲਾਵੈ। ਦੋ ਦੋ ਗੋਲੀਆਂ ਕੱਸ ਲਈਆਂ, ਦੋ ਦੋ ਨਾਲੀਆਂ ਬੰਦੂਕ ਦੇ ਵਿੱਚ ਪਲੀਤਿਆਂ ਨੂੰ ਮੇਲਦੇ ਹਨ। ਧਰੈ ਮੋੜ ਤੋੜਾ ਕਲਾ ਪੈ ਤੇ ਟਿਕਾਵੈ। ਕਲਾ ਉਹ ਟੋਪੀ ਜੀ ਜਿਹੜੀ ਹੁੰਦੀ ਹੈ, ਜੋ ਮੋਰੀ ਜੀ ਹੁੰਦੀ ਸੀ ਮਸਾਲੇਦਾਰ ਬੰਦੂਕਾਂ ਦੀ, ਉਹਨੂੰ ਉੱਪਰ ਨੂੰ ਚੁੱਕ ਕੇ ਵਿੱਚ ਤੋੜਾ ਖਾ ਕੇ ਤੇ ਅੱਗ ਲਾਉਂਦੇ ਹਨ। ਲਏ ਬਾਣ ਪਹਿਨੇ ਜਿਨੋ ਚਾਂਪ ਧਾਰੇ। ਇਸ ਤਰ੍ਹਾਂ ਤਿੱਖੇ ਤਿੱਖੇ ਬਹੁਤੇ ਤੀਰ ਲੈ ਲਏ, ਧਨਖ ਆਪਣੇ ਹੱਥਾਂ ਵਿੱਚ ਸੂਰਮਿਆਂ ਨੇ ਪਕੜ ਲਏ। ਹਯੰ ਪਰੇਰ ਕੈ ਧਾਏ ਚਾਲੇ ਅਗਾਰੇ। ਤੇ ਘੋੜਿਆਂ ਨੂੰ ਪ੍ਰੇਰ ਕੇ ਅੱਡੀ ਲਾ ਕੇ ਅੱਗੇ ਨੂੰ ਕਰਤਾਰਪੁਰ ਸਾਹਿਬ ਵੱਲ ਨੂੰ ਚੱਲ ਪਏ। ਹਲਾਹੂਲ ਹੋਈ ਪਰਿਓ ਰੋਰ ਭਾਰੋ। ਹਲਾਹੂਲ ਇੱਕ ਦੂਜੇ ਨੂੰ ਆਵਾਜ਼ਾਂ ਦਿੰਦੇ ਐ, ਸ਼ੇਰ ਬਣੋ, ਵੱਧ ਜੋ ਜਵਾਨੋ, ਫੜ ਲਓ, ਜਾਨ ਨਾ ਦਿਓ। ਇਸ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ, ਬੜਾ ਭਾਰੀ ਰੌਲਾ ਸ਼ੌਰ ਮਚ ਗਿਆ। ਗੁਰੂ ਵੀਰ ਬੰਕੇ ਖਰੇ ਧੀਰ ਧਾਰੋ। ਉਧਰ ਕਰਤਾਰਪੁਰ ਸਾਹਿਬ ਵੱਲ ਗੁਰੂ ਹਰਗੋਬਿੰਦ ਸਾਹਿਬ ਦੇ ਬੰਕੇ ਸ਼ੈਲ ਸ਼ਬੀਲੇ ਵੀਰ ਬਹਾਦਰ ਸ਼ਸਤਰ ਧਾਰੀ ਸੂਰਮੇ ਧੀਰਜ ਦੇ ਨਾਲ ਬੜੇ ਹੌਸਲੇ ਦੇ ਨਾਲ ਸਾਹਮਣੇ ਖਲੋਤੇ ਵੈਰੀਆਂ ਦੀ ਉਡੀਕ ਕਰ ਰਹੇ ਨੇ। ਗੁਰੂ ਓਜ ਕੇ ਆਸਰੇ ਬੋਧ ਤੇ ਧਾਰੇ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਲ ਦੇ ਆਸਰੇ ਬੜੇ ਚਾਅ ਵਿੱਚ ਬੜੀ ਖੁਸ਼ੀ ਹੈ। ਕਹਿੰਦੇ ਗੱਲ ਹੀ ਕੋਈ ਨਹੀਂ, ਸਾਡੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਤਿਹ ਕਰਾ ਦੇਣੀ ਹੈ। ਕਹੇ ਆਏ ਆਗੇ ਤਬੈ ਲੇਹ ਮਾਰੇ। ਇਸ ਤਰ੍ਹਾਂ ਆਪਸ ਵਿੱਚ ਕਹਿੰਦੇ ਕੋਈ ਨਹੀਂ, ਇਹਨਾਂ ਤੁਰਕੜਿਆਂ ਨੂੰ ਆਉਣ ਦਿਓ ਅੱਗੇ, ਜਦੋਂ ਨੇੜੇ ਆਉਣਗੇ ਤੇ ਫਿਰ ਸਾਹਮਣੇ ਫੜ ਕੇ ਮਾਰ ਲਵਾਂਗੇ।
ਬੰਗਾਨ ਬਾਰੂਦ ਗੋਰੀ ਇਧਰ ਮਿਲਾਏ ਗੁਰੂ ਦੇ ਸਿੱਖਾਂ ਨੇ ਵੀ ਬੰਦੂਕਾਂ ਫੜ ਕੇ ਤੇ ਦੋ ਦੋ ਗੋਲੀਆਂ ਜਿਹੜੀਆਂ ਹਨ ਉਹ ਵਿੱਚ ਮੇਲ ਦਿੱਤੀਆਂ, ਮਸਾਲਾ ਢੱਕ ਕੇ ਗੱਜ ਦੇ ਨਾਲ। ਧਨ ਬਾਨ ਕੋ ਸੰਧ ਚਾਹੈ ਤੇ ਚਲਾਏ ਧਨੂ ਬਾਣ ਧਨੁਸ਼ ਬਾਣ ਵੀ ਲੈ ਕਰਕੇ ਤੇ ਸਿੱਧੇ ਨਿਸ਼ਾਨੇ ਮਾਰਨਾ ਚਾਹੁੰਦੇ ਨੇ ਤੁਰਕਾਂ ਤੇ। ਜਬੈ ਨੇਰ ਢੁਕੈ ਮਿਲੇ ਤੁੰਡ ਦੋਨਾ ਇਸ ਪ੍ਰਕਾਰ ਦੇ ਨਾਲ ਜਬੈ ਨੇਰ ਢੁਕੇ ਮਿਲੈ ਤੁੰਡ ਦੋਨਾ, ਜਦੋਂ ਤੁਰਕ ਨੇੜੇ ਆ ਗਏ ਤੇ ਦੋਵਾਂ ਪਾਸਿਆਂ ਦੇ ਸੂਰਮੇ ਮੁਖ ਆਮੋ ਸਾਹਮਣੇ ਇੱਕ ਦੂਜੇ ਨਾਲ ਮਿਲ ਗਏ। ਤਬੇ ਏਕ ਬਾਰੀ ਹਨੋ ਜੋਨ ਕੋਨਾ ਤੇ ਸਿੱਖ ਕਹਿੰਦੇ ਉਦੋਂ ਫਿਰ ਇੱਕੇ ਵਾਰ ਹਮਲਾ ਕਰਕੇ ਜਿਹੜਾ ਕਿਹੜਾ ਵੀ ਤੁਰਕ ਬਜਿਆ ਹੈ ਉਹਨੂੰ ਨਾਸ ਕਰ ਦਿਓ। ਦੜਾ ਦਾੜ ਗੇਰੰ ਕਿਰਪਾਨੈ ਸੰਭਾਰੋ ਇੱਕ ਦੂਜੇ ਨੂੰ ਹੌਸਲਾ ਦਿੰਦੇ ਆ, ਦੜਾ ਦੜ ਕਰਦੇ ਆ, ਧਰਤੀ ਦੇ ਡੇਗਦੇ ਹੋ, ਕਿਰਪਾਨਾਂ ਸੰਭਾਲ ਲਓ, ਪਹਿਲਾਂ ਗੋਲੀਆਂ ਚਲਾਓ, ਤੀਰ ਚਲਾਓ, ਫਿਰ ਨਾਲ ਪੈਂਦੇ ਹੀ ਕਹਿੰਦੇ ਵੀ ਕਿਰਪਾਨਾਂ ਸੂਤ ਕੇ ਪੈ ਜਾਵੋ ਤੁਰਕਾਂ ਤੇ। ਤਸ਼ਾ ਮੁਸ਼ ਕਾਟੋ ਜਤਾ ਕਾਠ ਤੇ ਆਰੋ ਕਿਰਪਾਨ ਦੇ ਨਾਲ ਤਸ਼ਾ ਮੁਸ਼ ਕਰਕੇ ਕਟਾ ਵੱਡੀ ਕਰਕੇ ਟੋਟੇ ਟੋਟੇ ਕਰ ਦਿਓ, ਜਿਸ ਤਰ੍ਹਾਂ ਲੱਕੜ ਨੂੰ ਆਰੇ ਦੇ ਨਾਲ ਟੋਟੇ ਟੋਟੇ ਕਰਦੇ ਹਨ। ਫਿਰੈ ਦੇਤ ਬਾਰੂਦ ਗੋਰੀ ਖਤੰਗਾ ਇਸ ਤਰ੍ਹਾਂ ਗੁਰੂ ਦੇ ਹੁਕਮ ਦੇ ਨਾਲ ਜਿਹੜੇ ਅੱਗੇ ਖਜ਼ਾਨਚੀ ਸਿੱਖ ਨੇ ਉਹ ਗੋਲੀ ਬਰੂਦ ਸਭ ਕੁਝ ਵੰਡਦੇ ਫਿਰਦੇ ਹਨ। ਦਏ ਦੀਹ ਨੇਜੇ ਹਨੋ ਸ਼ਸਤਰ ਅੰਗਾ ਲੰਮੇ ਲੰਮੇ ਮਹਾਰਾਜ ਸਾਹਿਬ ਜੀ ਨੇ ਨੇਜੇ ਸਿੱਖਾਂ ਨੂੰ ਬਖਸ਼ ਦਿੱਤੇ ਆ, ਕਿਉਂਕਿ ਸ਼ਸਤਰ ਵੀ ਬਹੁਤ ਟੁੱਟਦੇ ਆ ਨਾ, ਫਿਰ ਦੁਬਾਰਾ ਹੱਲਾ ਹੁੰਦਾ ਏ, ਫੌਜਾਂ ਠਹਿਰ ਠਹਿਰ ਲੜਦੀਆਂ ਨੇ, ਫਿਰ ਸ਼ਸਤਰ ਬਸਤਰ ਲੈ ਲੈ ਲੜਦੀਆਂ ਨੇ। ਤੇ ਲੰਮੇ ਲੰਮੇ ਮਹਾਰਾਜ ਸਾਹਿਬ ਜੀ ਨੇ ਨੇਜੇ ਦਿੱਤੇ ਵੀ ਆ ਸ਼ਤਰੂਆਂ ਦੇ ਅੰਗ ਵਿੱਚ ਪਰੋਈ ਜਾਵੋ। ਗੁਰੂ ਵਿੱਚ ਠਾਡੇ ਬਿਦੇ ਚੰਦ ਤੀਰੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਿੱਚ ਖਲੋਤੇ ਨੇ ਸਾਰਿਆਂ ਦੇ, ਤੇ ਬਾਬਾ ਬਿਧੀ ਚੰਦ ਮਹਾਰਾਜ ਦੇ ਨੇੜੇ ਖਲੋਤਾ ਹੈ। ਕਰੋ ਵਿਪਰ ਜਾਤੀ ਧਨੂ ਸੰਧ ਤੀਰੰ ਤੇ ਜਾਤੀ ਮਲਕ ਗੁਰੂ ਦਾ ਬ੍ਰਾਹਮਣ ਸੂਰਮਾ ਵੀ ਮਹਾਰਾਜ ਦੇ ਨੇੜੇ ਧਨੁ ਸੰਧ ਤੀਰੰਗ ਧਨੁਸ਼ ਬਾਣ ਦੇ ਵਿੱਚ ਤੀਰ ਕਮਾਨ ਦੇ ਵਿੱਚ ਤੀਰ ਖਿੱਚ ਕੇ ਤੀਰ ਚਿੱਲੇ ਦੇ ਚਾੜ ਕੇ ਖਲੋਤਾ ਹੈ ਵੀ ਜਦੋਂ ਤੁਰਕ ਨੇੜੇ ਆਉਣ ਤੇ ਆਉਂਦੇ ਹੀ ਉਹਨਾਂ ਦਾ ਸਵਾਗਤ ਕੀਤਾ ਜਾਵੇ। ਕਰੇ ਨੈਣ ਸੋਹੇ ਪਿਖੈ ਛਤਰ ਆਵੈ ਆਪਣੇ ਨੇਤਰ ਸਾਹਮਣੇ ਨੂੰ ਕੀਤੇ ਹਨ, ਵੇਖ ਰਹੇ ਨੇ ਵੀ ਸ਼ਤਰੂ ਸਾਡੇ ਨੇੜੇ ਆ ਜਾਵੇ। ਹਨੈ ਏਕ ਬਾਰੀ ਨਹੀਂ ਪਾਛ ਇਸ ਤਰ੍ਹਾਂ ਗੁਰਮਤਾ ਹੋ ਗਿਆ ਵੀ ਇੱਕੇ ਵਾਰ ਹਮਲਾ ਕਰਕੇ ਸਭ ਤੁਰਕਾਂ ਨੂੰ ਮਾਰ ਲਈਏ, ਬਚ ਕੇ ਪਿੱਛੇ ਨਾ ਜਾਣ ਹੋਣੇ। ਲਈ ਮਾਰ ਸੈਨਾ ਰਹੀ ਸ਼ੇਸ਼ ਥੋਰੇ ਇਸ ਤਰ੍ਹਾਂ ਇੱਕ ਦੂਸਰੇ ਨੂੰ ਹੌਸਲਾ ਦਿੰਦੇ ਨੇ ਗੁਰੂ ਮਹਾਰਾਜ ਦੇ ਜਰਨੈਲ, ਥੋੜੇ ਕੀ ਫੌਜ ਰਹਿ ਗਈ ਹੈ ਤੁਰਕਾਂ ਦੀ, ਬਹੁਤੀ ਗੁਰੂ ਕੇ ਸਿੱਖੋ ਤੁਸੀਂ ਮਾਰ ਲਈ ਹੈ। ਰੱਖੀ ਜਾਏ ਭਾਜੇ ਆਪੈ ਸ਼ਾਹ ਹੋਰੀ ਹੁਣ ਤਾਂ ਕਹਿੰਦੇ ਇਸ ਤਰ੍ਹਾਂ ਹੀ ਜਾਪਿਆ ਜਾਣਿਆ ਜਾਂਦਾ ਇਹ ਵੀ ਜਿਹੜੇ ਥੋੜੇ ਕੁ ਬਚ ਗਏ ਇਹਨਾਂ ਦੇ ਇੱਕ ਰਾਂ ਜਦੋਂ ਤੁਸੀਂ ਮੂੰਹ ਜੇ ਮੋੜਤੇ ਨਾ ਅੱਗੋਂ ਤੇ ਮਗਰਲਿਆਂ ਨੇ ਗਾਹ ਨਹੀਂ ਆਉਣਾ, ਸ਼ਾਹਜਹਾਨ ਦੇ ਕੋਲ ਹੀ ਜਾ ਕੇ ਰੁਕਣਗੇ, ਇਸ ਤਰ੍ਹਾਂ ਭੱਜਣਗੇ ਇੱਥੋਂ। ਦਿਸ਼ਾ ਦੋਨ ਐਸੇ ਭਏ ਤਿਆਰ ਜੁੱਧ ਇਸ ਤਰ੍ਹਾਂ ਸਾਧ ਸੰਗਤ ਦੋਵਾਂ ਦਿਸ਼ਾਵਾਂ ਦੇ ਜਿਹੜੇ ਸੂਰਮੇ ਹਨ ਯੁੱਧ ਕਰਨ ਦੇ ਲਈ ਇੱਕ ਵਾਰ ਫੇਰ ਹੱਲਾ ਕਰਨ ਦੇ ਲਈ ਤਿਆਰ ਬਰ ਤਿਆਰ ਹੋ ਗਏ। ਕਬੈ ਖਾਨ ਕਾਲਾ ਰਿਦੇ ਭੂਰ ਕ੍ਰਦੰ ਕਾਲੇ ਖਾਨ ਪਿਸ਼ੌਰ ਦਾ ਸੂਬੇਦਾਰ ਬੜਾ ਕ੍ਰੋਧ ਕਰਕੇ ਤਿਉੜੀਆਂ ਪਾ ਕੇ ਮੱਥੇ ਤੇ ਵੱਡੇ ਮੋਲ ਕੇਰਾ ਤੋ ਰੰਗੰ ਚਲਾਇਆ ਬਹੁਤਾ ਕੀਮਤੀ ਬਹੁਤਾ ਹੀ ਮੁੱਲ ਦਾ ਬਲੀ ਘੋੜਾ ਇਹਨੂੰ ਪ੍ਰੇਰਿਆ ਹੈ ਇਸਨੇ ਅੱਗੇ ਵਾਸਤੇ। ਦਇਨ ਹੇਲ ਘਾਲਿਓ ਹਲਾ ਹੂਲ ਘਾਇਓ ਇਸ ਪ੍ਰਕਾਰ ਦੇ ਨਾਲ ਘੋੜੇ ਨੂੰ ਪ੍ਰੇਰ ਕਰਕੇ ਅੱਗੇ ਚੱਲ ਗਿਆ ਤੇ ਦਲੰਗ ਹੇਲ ਘਾਲਿਓ ਹਲਾ ਹੂਲ ਘਾਇਓ, ਦੋਵਾਂ ਦਲਾਂ ਨੇ ਹੱਲਾ ਪਾ ਦਿੱਤਾ। ਇਧਰੋਂ ਤੁਰਕਾਂ ਨੇ ਅੱਗੇ ਨੂੰ ਮਾਰ ਕਰ ਦਿੱਤੀ ਗੁਰੂ ਕੇ ਸਿੱਖਾਂ ਵੱਲ। ਇਸ ਤਰ੍ਹਾਂ ਹਲਾ ਹੂਲ ਦੀ ਆਵਾਜ਼ ਆਉਂਦੀ ਹੈ, ਵਾਰ ਕਰਦੇ ਹਨ। ਕਰਿਓ ਰੋਰ ਉਦੈ ਮਹਾਸ਼ੋਰ ਮਾਚਿਓ ਜਦੋਂ ਇਸ ਪ੍ਰਕਾਰ ਦੇ ਨਾਲ ਕਰਿਓ ਰੋਰ ਊਦੇ ਉੱਚੀ ਉੱਚੀ ਆਵਾਜ਼ਾਂ ਕਰਦੇ ਆ, ਰੌਲਾ ਪਾ ਰਹੇ ਹਨ। ਮਹਾਸ਼ੋਰ ਮਾਚਿਓ ਦੇ ਬੜਾ ਭਾਰੀ ਸ਼ੋਰ ਸ਼ਰਾਬਾ ਮਚ ਗਿਆ। ਚਲਾ ਚਲ ਬੀਰੰ ਰਿਦੈ ਰੋਸ ਰਾਚਿਓ ਸੂਰਮੇ ਚੱਲ ਅਚਲ ਹੋਏ, ਭਾਵ ਕੁਝ ਪਿੱਛੇ ਖਲੋਤੇ ਆ, ਕੁਝ ਅੱਗੇ ਜਾ ਰਹੇ ਆ, ਮਗਰਲੇ ਅੱਗੇ ਨੂੰ ਤੋਰ ਰਹੇ ਆ। ਹਿਰਦੇ ਵਿੱਚ ਬੜਾ ਰੋਸ ਬੜਾ ਕ੍ਰੋਧ ਹੈ ਕਿ ਸਿੱਖਾਂ ਨੂੰ ਨਹੀਂ ਛੱਡਣਾ। ਪਰੇ ਹੂ ਦੈ ਕੈ ਜਬੈ ਨੇਰ ਆਏ ਇਸ ਤਰ੍ਹਾਂ ਜਦੋਂ ਇਹ
ਜੈ ਅਲੀ ਦੇ ਨਾਅਰੇ ਦੇ ਲਾਉਂਦਿਆਂ ਹੋਇਆਂ, ਅੱਲਾਹੂ ਅਕਬਰ ਕਹਿੰਦਿਆਂ ਹੋਇਆਂ ਗੁਰੂ ਹਰਗੋਬਿੰਦ ਸਾਹਿਬ ਦੀਆਂ ਫੌਜਾਂ ਦੇ ਨੇੜੇ ਆਏ। ਪਲੀਤੇ ਉਗਾੜੇ ਸੋ ਤੋੜੇ ਤੂੰ ਖਾਏ। ਤੇ ਗੁਰੂ ਕੇ ਸਿੱਖਾਂ ਨੇ ਵੀ ਫਿਰ ਇਹਨਾਂ ਦਾ ਸਵਾਗਤ ਕਰਨ ਦੇ ਲਈ ਤੇ ਇਹਨਾਂ ਨੇ ਵੀ ਪਲੀਤੇ ਉਗਾੜੇ, ਜਿਹੜੇ ਪਲੀਤੇ ਸਨ ਜਿਹਨੂੰ ਅੱਗ ਲਾਉਂਦੇ ਸਨ ਗੋਲੀ ਚਲਾਉਣ ਦੇ ਵਾਸਤੇ, ਉਹਨੂੰ ਉਗਾੜਿਆ ਹੈ, ਤੋੜੇ ਤੁਖਾਏ ਹਨ ਅੱਗ ਬਾਲਣ ਦੇ ਲਈ। ਚਲੇ ਆਏ ਸਿੱਧਾ ਢੁੱਕੈ ਢੋਏ ਕੀਨੀ। ਸਿੱਧੇ ਆ ਰਹੇ ਨੇ ਕਰਤਾਰਪੁਰ ਸਾਹਿਬ ਵੱਲ ਤੇ ਢੁਕੈ ਢੋਏ ਕੀਨੀ। ਜਦੋਂ ਢੁਕ ਢੁਕਾ ਕੀਤੀ ਅੱਗੇ ਨੂੰ ਵਧੇ ਸਤਿਗੁਰੂ ਦੇ ਸੂਰਮਿਆਂ ਵੱਲ। ਹੋਰ ਗੋਰੀ ਤੱਕੀ ਸ਼ੋਰ ਦੀਨੀ। ਦੋਵਾਂ ਪਾਸਿਆਂ ਦੇ ਸੂਰਮਾਂ ਨੇ ਨਿਸ਼ਾਨਾ ਤੱਕ ਕੇ ਇੱਕ ਦੂਸਰੇ ਦੇ ਗੋਲੀਆਂ ਛੱਡ ਦਿੱਤੀਆਂ, ਗੋਲੀਆਂ ਚਲਾ ਦਿੱਤੀਆਂ। ਮਲੇਸ਼ਾਨ ਕੋ ਵਾਰ ਕੰਧੈ ਮਝਾਰਾ। ਜਿਹੜੇ ਮਲੇਸ਼ਾਂ ਨੇ ਵਾਰ ਕੀਤਾ ਸੀ ਵੀ ਕੰਧੇ ਦੇ ਵਿੱਚ ਸੂਰਮਿਆਂ ਦੇ ਮਾਰਨਾ ਹੈ। ਗੁਰੂ ਵੀਰ ਬਾਚੇ ਨਾ ਬੰਕੋ ਸੋਬਾਰ। ਪਰ ਐਸੀ ਪਰਮੇਸ਼ਰ ਦੀ ਕਿਰਪਾ ਹੋਈ, ਜਿਹੜੀਆਂ ਤੁਰਕਾਂ ਨੇ ਗੋਲੀਆਂ ਚਲਾਈਆਂ ਉਹ ਗੁਰੂ ਦੇ ਸੂਰਮੇ ਸਾਰੇ ਦੇ ਸਾਰੇ ਹੀ ਉਸ ਗੋਲੀਆਂ ਦੇ ਵਾਰ ਤੋਂ ਬਚ ਗਏ। ਇਹਨਾਂ ਜੋ ਪ੍ਰਹਾਰੀ ਲੱਗੀ ਜਾਏ ਸਾਰੀ। ਪਰ ਇਧਰੋਂ ਜਿਹੜੀਆਂ ਗੁਰੂ ਕੇ ਸਿੱਖਾਂ ਨੇ ਗੋਲੀਆਂ ਚਲਾਈਆਂ ਉਹ ਸਾਰਿਆਂ ਦੀਆਂ ਸਾਰੀਆਂ ਤੁਰਕਾਂ ਦੇ ਵਿੱਚ ਸਰੀਰ ਦੇ ਜਾ ਕੇ ਵੱਜੀਆਂ। ਮੇਰੇ ਜੰਗ ਮੈਂ ਅੰਗ ਭੰਗੇ ਸੋ ਮਾਰੀ। ਜੰਗ ਦੇ ਵਿੱਚ ਬਹੁਤੇ ਸੂਰਮੇ ਤੁਰਕ ਮਰ ਕੇ ਡਿੱਗੇ ਨੇ, ਬਹੁਤਿਆਂ ਦੇ ਅੰਗ ਭੰਗ ਹੋ ਗਏ ਗੋਲੀਆਂ ਦੀ ਮਾਰ ਦੇ ਨਾਲ। ਟੁੱਟਿਓ ਸੀਸ ਤੁੰਡੰ ਟੁੱਟੀ ਜੰਗ ਵਾਹੋ। ਕਿਸੇ ਦਾ ਸਿਰ ਫੁੱਟ ਗਿਆ, ਕਿਸੇ ਦਾ ਮੂੰਹ ਟੁੱਟ ਗਿਆ, ਕਿਸੇ ਦੀ ਬਾਂਹ ਟੁੱਟ ਗਈ ਹੈ, ਕਿਸੇ ਦੀ ਲੱਤ ਗੋਡੇ ਤੋਂ ਟੁੱਟ ਗਈ ਹੈ। ਕਿਤੇ ਕੰਧ ਛਾਤੀ ਕਿਸੂ ਪੇਟ ਮਾਹ। ਕਿਸੇ ਦੇ ਮੋਢੇ ਵਿੱਚ ਜਾ ਕਰਕੇ ਗੋਲੀ ਦੇ ਸਭੇ ਵੱਜੇ ਨੇ, ਕਿਸੇ ਦੇ ਢਿੱਡ ਵਿੱਚ ਮਸਾਲਾ ਜਿਹਾ ਖੁੱਭ ਗਿਆ ਹੈ। ਸੰਗ ਕੀਤੇ ਗਿਰੇ ਜੁੱਧ ਮਾਹੀ। ਤੇ ਇਸ ਤਰ੍ਹਾਂ ਫਿਰ ਤੁਰਕਾਂ ਦੇ ਘੋੜੇ ਵੀ ਬਹੁਤੇ ਜੰਗ ਦੇ ਮੈਦਾਨ ਦੇ ਵਿੱਚ ਗੋਲੀਆਂ ਦੇ ਵਾਰ ਲੱਗਣ ਦੇ ਨਾਲ ਡਿੱਗ ਪਏ ਤੇ ਕਈ ਸੂਰਮੇ ਘੋੜਿਆਂ ਤੋਂ ਮਰ ਮਰ ਕੇ ਡਿੱਗ ਪਏ। ਮਰੇ ਤਾਤ ਕਾਲਮ ਉੱਠੇ ਫੇਰ ਨਾਹੀ। ਤਤਕਾਲ ਉਸੇ ਵੇਲੇ ਜਿਨ੍ਹਾਂ ਦੇ ਫੱਟ ਲੱਗਾ ਗੋਲੀ ਦਾ ਉਹ ਮਰ ਗਏ, ਫਿਰ ਉੱਠਣ ਜੋਗੀ ਵਾਹ ਨਹੀਂ ਉਹਨਾਂ ਦੇ ਸਰੀਰ ਵਿੱਚ ਰਹੀ। ਗੁਰੂ ਬਾਣ ਸੰਨੈ ਧਨੂੰ ਐਚ ਮਾਰੇ। ਇਹਦਾ ਜਦੋਂ ਹਮਲਾ ਕੀਤਾ ਕਾਲੇ ਖਾਨ ਦੀਆਂ ਫੌਜਾਂ ਨੇ ਇੱਕ ਵਾਰ ਫੇਰ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਖਿੱਚ ਖਿੱਚ ਕੇ ਤੀਰ ਮਾਰਦੇ ਹਨ। ਜਿੱਤੇ ਹੋਏ ਅੱਗੇ ਸੋ ਪਾਰ ਪਧਾਰ। ਜਿੰਨੇ ਵੀ ਤੁਰਕ ਅੱਗੇ ਵੱਧ ਕੇ ਆਉਂਦੇ ਨੇ ਉਹ ਸਤਿਗੁਰਾਂ ਦੇ ਤੀਰ ਲੱਗਣ ਦੇ ਨਾਲ ਪਾਰ ਚਲੇ ਜਾਂਦੇ ਆ, ਭਾਵ ਕਿ ਅਗਲੇ ਲੋਕ ਨੂੰ ਤੋੜ ਦਿੰਦੇ ਨੇ ਸਤਿਗੁਰੂ। ਭੇੜਿਓ ਭੇੜ ਗਾਡੋ ਡੜਾ ਦਾੜ ਜਾਰੇ। ਇਸ ਤਰ੍ਹਾਂ ਬੜਾ ਭਾਰੀ ਗਾੜਾ ਯੁੱਧ ਭੇੜ ਮਚ ਗਿਆ, ਦੜ ਦੜ ਕਰਕੇ ਸੂਰਮੇ ਥੱਲੇ ਸਿੱਟ ਦਿੱਤੇ ਸਿੱਖਾਂ ਨੇ। ਬੱਚੇ ਵੀਰ ਜੇਤੇ ਸੋ ਆਏ ਅਗਾਰੇ। ਤੇ ਜਿੰਨੇ ਕੁ ਮਰਨ ਤੋਂ ਬਚ ਗਏ ਉਹ ਸਾਹਮਣੇ ਆ ਗਏ, ਆਪਣਾ ਹੌਸਲਾ ਜਿਹਾ ਕਰਕੇ ਅੱਗੇ ਨੂੰ ਯੁੱਧ ਕਰਨ ਦੇ ਲਈ ਆਏ ਹਨ। ਉਤੋ ਖਾਨ ਕਾਲਾ ਹੰਕਾਰੀ ਵਿਸਾਲਾ। ਇਧਰ ਕਾਲੇ ਖਾਨ ਵੀ ਬੜਾ ਹੰਕਾਰੀ ਸੀ, ਬੜਾ ਇਹਦੇ ਅੰਦਰ ਹੰਕਾਰ ਹੈ ਵੀ ਮੇਰੇ ਵਰਗਾ ਸੂਰਮਾ ਕੋਈ ਨਹੀਂ ਹੈ। ਗੁਰੂ ਤੀਰ ਢੂਕਿਓ ਸੋ ਕ੍ਰੋਧੰ ਕਰਾਲਾ। ਬੜਾ ਕ੍ਰੋਧ ਕਰਕੇ ਭਿਆਨਕ ਜਿਹਾ ਆਪਣਾ ਇਹਨੇ ਚਿਹਰਾ ਬਣਾ ਕੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਖਲੋਤੇ ਉਸ ਪਾਸੇ ਨੂੰ ਘੋੜਾ ਕੀਤਾ ਏ। ਅੰਮ੍ਰਿਤ ਧੁਨ ਛੰਦ ਸ਼੍ਰੀ ਹਰਗੋਬਿੰਦ ਬਦਨ ਕੋ। ਇਸ ਪ੍ਰਕਾਰ ਦੇ ਨਾਲ ਅੰਮ੍ਰਿਤ ਧੁਨੀ ਦਾ ਛੰਦ ਕਵੀ ਜੀ ਉਚਾਰਦੇ ਨੇ, ਬੜੀ ਸੋਹਣੀ ਧੁਨੀ ਹੈ ਤੇ ਕਵੀ ਨੇ ਆਪਣੀ ਕਵਿਤਾ ਦੀ ਕਮਾਲ ਕਰ ਦਿੱਤੀ ਹੈ ਵੀ ਜਿਹੜੇ ਅਰਥ ਕਰਨੇ ਪੂਰਾ ਜ਼ੋਰ ਲੱਗ ਜਾਂਦਾ ਹੈ। ਜਿਹਨੇ ਕਵਿਤਾ ਲਿਖੀ ਉਹ ਕਿੱਡਾ ਕਮਾਲ ਦਾ ਹੋਏਗਾ। ਕਵੀ ਜੀ ਅੰਮ੍ਰਿਤ ਧੁਨ ਛੰਦ ਉਚਾਰਦੇ ਨੇ ਸ਼੍ਰੀ ਹਰਗੋਬਿੰਦ ਬਦਨ ਕੋ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਿਹੜਾ ਚੰਦਰਮਾ ਵਰਗਾ ਸੋਹਣਾ ਮੁਖਾਰ ਬਿੰਦ ਹੈ। ਦੇਖ ਬੁੱਧ ਬਿਦ ਸੁਧ। ਤੇ ਦੇਖ ਬੁੱਧ ਬਿਦ ਸੁਧ ਤੇ ਜੋ ਬਾਬਾ ਵਿਧੀ ਚੰਦ ਸਾਹਿਬ ਵੀਰ ਬਹਾਦਰ ਜਿਨ੍ਹਾਂ ਦੀ ਬੁੱਧੀ ਜਿਹੜੀ ਬੜੀ ਚਤੁਰ ਹੈ, ਜਿਨ੍ਹਾਂ ਦਾ ਹਿਰਦਾ ਬਿਲਕੁਲ ਸ਼ੁੱਧ ਹੈ, ਸ਼ੁੱਧ ਬੁੱਧੀ ਵਾਲੇ ਬਾਬਾ ਵਿਧੀ ਚੰਦ ਜੀ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੁਖ ਵੇਖਿਆ ਤੁਰਕਨ ਸੰਗ ਵਿਰੁੱਧ ਕੈ। ਉਸੇ ਵੇਲੇ ਜਿਹੜੇ ਤੁਰਕ ਵੱਧਦੇ ਆ ਰਹੇ ਨੇ ਗੁਰੂ ਜੀ ਦਾ ਇਸ਼ਾਰਾ ਪਾ ਕੇ ਤੁਰਕਨ ਸੰਗ ਵਿਰੁੱਧ ਕੈ
ਵਿਰੋਧ ਕਰਕੇ ਪੂਰੇ ਵਿਰੋਧ ਵਿੱਚ ਡਟ ਕੇ ਮੁਕਾਬਲੇ ਤੇ ਆ ਕਰਕੇ ਤੁਰਕਾਂ ਦੇ ਵਿਧੀ ਚੰਦ ਧਰ ਕ੍ਰੁੱਧ ਬਾਬਾ ਵਿਧੀ ਚੰਦ ਸਾਹਿਬ ਜੀ ਨੇ ਬੜਾ ਕ੍ਰੋਧ ਬੜਾ ਵੀਰ ਰਸ ਧਾਰਨ ਕੀਤਾ ਦੇ ਸਾਹਮਣੇ ਆਣ ਡਟ ਗਏ। ਵਿਧੀ ਚੰਦ ਧਰ ਕ੍ਰੁੱਧਤ ਵਿਧੀ ਚੰਦ ਧਰ ਕ੍ਰੁੱਧਤ ਕਵੀ ਜੀ ਕਹਿੰਦੇ ਬਾਬਾ ਵਿਧੀ ਚੰਦ ਜੀ ਇਸ ਤਰ੍ਹਾਂ ਹਾਂ ਕ੍ਰੋਧ ਧਾਰਨ ਕਰਕੇ ਧਰ ਨਾਮ ਹੈ ਵਿਸ਼ਨੂੰ ਦਾ, ਕ੍ਰੁੱਧਤ ਨਾਮ ਹੈ ਗੁੱਸੇ ਦਾ। ਜਿਵੇਂ ਵਿਸ਼ਨੂੰ ਤੀਰ ਲੈ ਕੇ ਕਮਾਨ ਲੈ ਕੇ ਤੇ ਦੈਂਤਾਂ ਦੇ ਟੁੱਟ ਪਿਆ ਸੀ, ਕਹਿੰਦੇ ਵਿਸ਼ਨੂੰ ਭਗਵਾਨ ਦੇ ਵਾਂਗ ਵਿਧੀ ਚੰਦ ਜੀ ਆਣ ਕੇ ਤੁਰਕਾਂ ਦੇ ਪੈ ਗਏ ਹਨ। ਧਨ ਕਰ ਉਦਦ ਧਨ ਕਰ ਉਦਦ ਤੇ ਜਿਹੜਾ ਹੱਥ ਵਿੱਚ ਧਨੁਖ ਪਕੜਿਆ ਹੋਇਆ ਇਸ ਨੂੰ ਉਦਦ ਉੱਪਰ ਨੂੰ ਕਰਕੇ ਉਲਾਰ ਕੇ ਤਾਂ ਨੂੰ ਧਰ ਸਰ ਸੰਦਦ ਤੇ ਚਿੱਲੇ ਦੇ ਵਿੱਚ ਰੱਖ ਕਰਕੇ ਤੀਰ ਦਾ ਨਿਸ਼ਾਨਾ ਖਿੱਚ ਕੇ ਕੱਸਦੇ ਹਨ। ਧਰ ਮਨ ਬੁੱਧਦ ਜਿਸ ਬਾਬਾ ਵਿਧੀ ਚੰਦ ਜੀ ਦੇ ਅੰਦਰ ਧਰ ਮਨ ਬੁੱਧਦ ਜਿਨ੍ਹਾਂ ਦੇ ਅੰਦਰ ਧਰਮ ਦਾ ਮਨ ਦੇ ਵਿੱਚ ਗਿਆਨ ਹੈ, ਭਾਵ ਕਿ ਗਿਆਨੀ ਨੇ ਧਰਮ ਦੇ ਜਾਣੂ ਹਨ, ਜਿਨ੍ਹਾਂ ਨੂੰ ਜੰਗ ਕਰਨ ਦਾ ਸਾਰਾ ਧਰਮ ਮਰਿਆਦਾ ਪਤਾ ਹੈ। ਐਸੇ ਬਾਬਾ ਵਿਧੀ ਚੰਦ ਜੀ ਨੇ ਧਨੁਖ ਬਾਣ ਸਿੱਧਾ ਕਰ ਲਿਆ। ਤੇਰ ਜਿਸ ਮਦਦ ਤੇ ਮਦਦ ਹੁੰਦਾ ਵਿੱਚ ਕਹਿੰਦੇ ਜਿਸ ਵਿਧੀ ਚੰਦ ਜੀ ਦੇ ਮਦਦ ਹਿਰਦੇ ਦੇ ਵਿੱਚ ਬੜੀ ਧੀਰਜ ਹੈ, ਕਿਸੇ ਪ੍ਰਕਾਰ ਨਾਲ ਕਾਹਲੇ ਨਹੀਂ ਪੈਂਦੇ। ਤੇਰ ਆਰ ਮਦਦ ਅਤੇ ਧਿਰ ਆਰ ਮਦਦ ਜੰਗ ਦੇ ਮੈਦਾਨ ਦੇ ਵਿੱਚ ਜਿਹੜੀ ਸਾਹਮਣੇ ਵਾਲੀ ਧਿਰ ਹੈ ਉਹਨੂੰ ਮਦਦ ਮਿੱਧ ਦੇ ਦਸਲ ਦੇ ਮਸਲ ਦੇ ਜਾ ਰਹੇ ਨੇ, ਤੇ ਜਿਹੜੀ ਗੁਰੂ ਸਾਹਿਬ ਵਾਲੀ ਧਿਰ ਹੈ ਗੁਰੂ ਦਾ ਜਥਾ ਹੈ, ਗੁਰੂ ਸਾਹਿਬ ਵੱਲੋਂ ਤਕੜੇ ਹੋ ਕਰਕੇ ਲੜਨ ਵਾਲੇ ਸੂਰਮੇ ਹਨ ਅੱਗੇ ਵੱਧ ਕੇ। ਧਰਾ ਸੋ ਜੁੱਧ ਇਸ ਪ੍ਰਕਾਰ ਦੇ ਨਾਲ ਬਾਬਾ ਵਿਧੀ ਚੰਦ ਜੀ ਜੋ ਵੀਰ ਬਹਾਦਰ ਸੂਰਮੇ ਹਨ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਆਗਿਆ ਦੇ ਨਾਲ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਹੌਸਲੇ ਦੇ ਨਾਲ ਧਰਮ ਦਾ ਯੁੱਧ ਮਚਾ ਦਿੱਤਾ ਹੈ। ਯੁੱਧ ਭੂਮੀ ਦੇ ਵਿੱਚ ਅੱਗੇ ਨੂੰ ਵੱਧ ਆਏ ਹਨ। ਧਰ ਸੁਰ ਸੁਦਦ ਤੇ ਫਿਰ ਜੰਗ ਕਰਨ ਦੇ ਸਮੇਂ ਕਹਿੰਦੇ ਵੈਰੀ ਕਿਹੜੇ ਪਾਸੇ ਖਲੋਤਾ ਹੈ, ਕਿੰਨਾ ਕੁ ਬਲੀ ਹੈ, ਕਿੰਨੀ ਗਿਣਤੀ ਇਹਦੀ ਸੁੱਧ ਸੂਰਮੇ ਨੂੰ ਹੋਣੀ ਚਾਹੀਦੀ। ਤੇ ਜੋ ਬਾਬਾ ਵਿਧੀ ਚੰਦ ਜੀ ਨੇ ਧਰ ਸੁਰ ਸੁਦਦ ਇਹਨਾਂ ਨੂੰ ਜਿੰਨੇ ਵੀ ਤੁਰਕ ਸੂਰਮੇ ਹਨ ਉਹਨਾਂ ਸਾਰਿਆਂ ਦੀ ਸੁੱਧ ਬੁੱਧ ਹੈ, ਸਾਰਾ ਗਿਆਨ ਹੈ ਕਿ ਕਿੰਨੇ ਦੇ ਕਿੰਨੇ ਕੁ ਮਾਰਨੇ ਹਨ, ਕਿੰਨਾ ਵਿੱਚ ਬਲ ਹੈ। ਧਰ ਰਿਪ ਬ੍ਰਿਧਦ ਧਰ ਰਿਪ ਬ੍ਰਿਧਦ ਇਸ ਪ੍ਰਕਾਰ ਦੇ ਨਾਲ ਬਾਬਾ ਵਿਧੀ ਚੰਦ ਜੀ ਜੰਗ ਦੇ ਮੈਦਾਨ ਦੇ ਵਿੱਚ ਜਾ ਕਰਕੇ ਤੇ ਜਿਹੜੇ ਵੀ ਅੱਗੇ ਨੂੰ ਵੱਧ ਕੇ ਸੂਰਮੇ ਆਉਂਦੇ ਹਨ ਉਹਨਾਂ ਦੇ ਨਾਲ ਦੋਵੇਂ ਹੱਥ ਆਮੋ ਸਾਹਮਣੀ ਲੈ ਕਰਕੇ ਧਰ ਲੈਣਾ। ਜਿਹੜਾ ਵੀ ਵੈਰੀ ਆ ਗਿਆ ਉਹਨੂੰ ਅੱਗੋਂ ਧਰ ਲੈਂਦੇ ਨੇ। ਧਰ ਰਿਪ ਵੈਰੀ ਨੂੰ ਧਰਦੇ ਨੇ, ਬ੍ਰਿਧਦ ਮਾਰ ਕੇ ਸੁੱਟੀ ਜਾ ਰਹੇ ਹਨ। ਵੱਡੇ ਜਿਹੜੇ ਸਿਰਕਦੇ ਨਹੀਂ ਹੈ ਬਾਬਾ ਵਿਧੀ ਚੰਦ ਜੀ ਦੇ ਅੱਗੇ। ਤਸ ਕਤ ਜੁਦਦ ਇਸ ਪ੍ਰਕਾਰ ਦੇ ਨਾਲ ਬੜੇ ਕ੍ਰੋਧ ਦੇ ਵਿੱਚ ਹੋ ਕਰਕੇ ਬੜੇ ਵੀਰ ਰਸ ਵਿੱਚ ਆ ਕੇ ਜੰਗ ਦੇ ਮੈਦਾਨ ਦੇ ਵਿੱਚ ਧੱਸਦੇ ਜਾਂਦੇ ਨੇ, ਧੀਰਜ ਦੇ ਨਾਲ ਅੱਗੇ ਨੂੰ ਵੱਧਦੇ ਜਾਂਦੇ ਹਨ। ਧਰ ਕਤ ਬੁੱਧਦ ਤੇ ਕ੍ਰੋਧ ਐਸਾ ਕਰਦੇ ਜਿਹਨੂੰ ਵੇਖ ਕੇ ਵੱਡੇ ਵੈਰੀਆਂ ਦੇ ਦਿਲ ਧੜਕਦੇ ਨੇ, ਦੁਸ਼ਮਣ ਡਰ ਕੇ ਕੰਬਣ ਲੱਗ ਪੈਂਦੇ ਹਨ। ਤਿਦ ਕਦ ਕ੍ਰੁੱਧਦ ਧਮ ਕਤ ਸੋ ਇਸ ਪ੍ਰਕਾਰ ਧਿਦਕਤ ਕ੍ਰੁੱਧਤ ਧਮਕਤ ਦਬਾਉਂਦੇ ਨੇ, ਦਾ ਪਾਉਂਦੇ ਨੇ, ਵੈਰੀਆਂ ਨੂੰ ਥੱਲੇ ਨੱਪਦੇ ਨੇ, ਉਹਨਾਂ ਦੇ ਦਿਲ ਧੜਕਦੇ ਨੇ। ਜਦੋਂ ਕ੍ਰੋਧਵਾਨ ਹੋ ਕੇ ਵੈਰੀਆਂ ਦੇ ਪੈਂਦੇ ਨੇ ਤੇ ਧਮਕਾਉਂਦੇ ਅੱਗੇ ਨੂੰ ਵਿਧੀ ਚੰਦ ਜੀ ਵੱਧਦੇ ਜਾ ਰਹੇ ਹਨ। ਚਾਚਰੀ ਛੰਦ ਤੂੰ ਫੰਗੈ ਉਤੰਗੈ ਸੋ ਇਸ ਤਰ੍ਹਾਂ ਸੂਰਮਿਆਂ ਨੇ ਬੰਦੂਕਾਂ ਉੱਚੀਆਂ ਕਰ ਲਈਆਂ, ਉਠਾਈ ਚਲਾਈ ਉੱਪਰ ਨੂੰ ਕਰਕੇ ਸਿੱਧੇ ਨਿਸ਼ਾਨੇ ਤੱਕ ਕੇ ਗੋਲੀਆਂ ਵੈਰੀ ਆਉਂਦੇ ਵੇਖ ਕੇ ਚਲਾ ਦਿੱਤੀਆਂ। ਕਮਾਨੈ ਸੋ ਤਾਨੈ ਜਦੋਂ ਗੋਲੀਆਂ ਚੱਲ ਗਈਆਂ ਫਿਰ ਕਈ ਸੂਰਮਿਆਂ ਨੇ ਤੀਰ ਕਮਾਨ ਕੱਸ ਲਏ, ਪ੍ਰਹਾਰੈ ਸੰਘਾਰੈ ਮਾਰਦੇ ਨੇ ਨਿਸ਼ਾਨਾ ਤੇ ਮਾਰੀ ਜਾ ਰਹੇ ਨੇ ਵੈਰੀਆਂ ਨੂੰ। ਜੁਝਾਰੈ ਪ੍ਰਚਾਰੈ ਜੰਗੀ ਜੁਝਾਰੂ ਸੂਰਮੇ ਪ੍ਰਚਾਰਦੇ ਨੇ, ਇੱਕ ਦੂਸਰੇ ਨੂੰ ਪ੍ਰੇਰ ਕੇ ਹੌਸਲਾ ਦੇ ਕੇ ਅੱਗੇ ਨੂੰ ਵੱਧਦੇ ਆਉਂਦੇ ਹਨ। ਉਭਾਰੈ ਦੁਧਾਰੈ ਅਤੇ ਉਭਾਰੈ ਦੋ ਧਾਰੈ, ਦੋ ਧਾਰੀਆਂ ਕਿਰਪਾਨਾਂ
ਖੰਡੇ ਵਰਗੀਆਂ ਖੰਡਾ ਹੀ ਕਹਿ ਲਵੋ ਮਿਆਨ ਦੇ ਵਿੱਚੋਂ ਕੱਢ ਕੇ ਉੱਚੀ ਵਿਖਾਉਂਦੇ ਹਨ। ਪਰ ਚੰਡੇ ਉਹ ਮੰਡੇ ਜਿਹੜੇ ਭਰਾ ਹੁੰਦਾ ਵਿਸ਼ੇਸ਼ ਕਰਕੇ ਚੰਡੇ ਤਿੱਖੇ ਖੰਡੇ ਕੀਤੇ ਨੇ, ਉਹ ਮੰਡੇ ਜਿਹੜੇ ਉਮੜਦੇ ਆ ਰਹੇ ਵੱਧ ਕੇ ਆ ਰਹੇ ਵੈਰੀ ਵੇਖੇ ਜਦੋਂ, ਉਹ ਮੰਡੇ ਸੋ ਖੰਡੇ ਉਹ ਵੱਡੇ ਵੱਡੇ ਆਕੀ ਖਾਨ ਹੰਕਾਰੀਆਂ ਦੇ ਖੰਡੇ ਟੋਟੇ ਟੋਟੇ ਕਰ ਦਿੱਤੇ ਸੂਰਮਿਆਂ ਨੇ। ਬਹਾਨੇ ਪ੍ਰਹਾਨੇ ਜਿਹੜੇ ਬਹੁਤ ਹੀ ਆਪਣੇ ਆਪ ਨੂੰ ਮੰਨਦੇ ਸੀ ਬੜੇ ਹੀ ਵੱਡੇ ਵੱਡੇ ਸੂਰਮੇ, ਉਹ ਵੱਡੇ ਵੱਡਿਆਂ ਨੂੰ ਵੀ ਵਾਰ ਕਰਕੇ ਜੰਗ ਦੇ ਮੈਦਾਨ ਵਿੱਚ ਪ੍ਰਹਾਰ ਕਰਕੇ ਮਾਰ ਦਿੱਤਾ। ਭਿਆਨੇ ਪਲਾਨੇ ਤੇ ਕਈ ਜਿਹੜੇ ਸਨ ਡਰ ਕੇ ਹੀ ਵੇਖ ਕੇ ਵੀ ਬੜਾ ਅੱਗੇ ਯੁੱਧ ਮਚ ਗਿਆ ਵੀ ਸਿੱਖ ਤਾਂ ਘੱਟ ਨਹੀਂ ਕਰਦੇ, ਜਿਹੜੇ ਪਿਛਲੇ ਸਨ ਉਹ ਪਛਾਣ ਨੂੰ ਹੀ ਭੱਜ ਗਏ ਜਾਨ ਬਚਾ ਕੇ। ਆਵਾਸ ਛੰਦ ਚਲ ਤਖ ਤੰਗੈ ਇਸ ਤਰ੍ਹਾਂ ਤੀਰ ਚੱਲ ਰਹੇ ਨੇ ਪਟ ਤਨ ਭੰਗੇ ਤੇ ਅਨੇਕਾਂ ਹੀ ਸੂਰਮਿਆਂ ਦੇ ਸਰੀਰ ਭੰਗ ਹੋ ਰਹੇ ਨੇ, ਨਾਸ ਹੋ ਰਹੇ ਨੇ। ਵਰਨ ਸੋ ਰੰਗ ਸਾਰੇ ਸਰੀਰ ਤੇ ਕੱਪੜਿਆਂ ਦਾ ਲਾਲੋ ਲਾਲ ਰੰਗ ਹੋ ਗਿਆ ਹੈ। ਗਿਰਤ ਤੋ ਰੰਗ ਹੈ ਘੋੜੇ ਵੀ ਤੇ ਘੋੜਿਆਂ ਤੋਂ ਸੂਰਮੇ ਡਿੱਗ ਰਹੇ ਨੇ ਤੀਰ ਵੱਜਣ ਕਰਕੇ। ਕਹਿਤ ਕਿਰਪਾਨ ਜਦੋਂ ਤੀਰ ਮੁੱਕ ਗਏ ਕਿਰਪਾਨਾਂ ਸੂਤ ਕੇ ਪੈ ਗਏ ਸਿੱਖ। ਖਿੱਚ ਕਰ ਮਿਆਨ ਆਪਣੇ ਮਿਆਨਿਆਂ ਦੇ ਵਿੱਚੋਂ ਸ੍ਰੀ ਸਾਹਿਬਾਂ ਖਿੱਚ ਲਈਆਂ। ਬਲ ਕਰ ਬਾਹਤ ਆਪਣੇ ਬਲ ਦੇ ਨਾਲ ਵਾਹੁੰਦੇ ਨੇ, ਪੂਰੀਆਂ ਕਿਰਪਾਨਾਂ ਚਲਾਉਂਦੇ ਹਨ। ਰਨ ਫੇਰ ਗਾਹਤ ਰਣ ਦੇ ਵਿੱਚ ਫਿਰਦੇ ਗਾਉਂਦੇ ਨੇ, ਵੈਰੀਆਂ ਨੂੰ ਦਬਾਉਂਦੇ ਨੇ, ਮਾਰਦੇ ਹਨ। ਹੱਥ ਹੱਥ ਗੋਰਨ ਮਾਰ ਮਾਰ ਕੇ ਤੇਗਾਂ ਤੇ ਗੇਰੀ ਜਾ ਰਹੇ ਨੇ, ਧਰਤੀ ਦੇ ਉੱਤੇ ਸੁੱਟੀ ਜਾ ਰਹੇ ਨੇ ਤੇ ਗੋਲੀਆਂ ਮਾਰ ਮਾਰ ਕੇ। ਮਰ ਜੁਗ ਹੋਰਨ ਜਦੋਂ ਗੋਲੀਆਂ ਚੱਲੀਆਂ ਤੇ ਕਵੀ ਜੀ ਕਹਿੰਦੇ ਦੋਵਾਂ ਪਾਸਿਆਂ ਦੇ ਸੂਰਮੇ ਮਾਰੇ ਗਏ। ਘਰ ਪਰ ਡਰਤ ਤੇ ਜਿਹਦੇ ਵੱਜਦਾ ਹੈ ਵਾਰ ਉਹ ਧਰਤੀ ਤੇ ਡਿੱਗਦਾ ਜਾ ਰਿਹਾ ਫੇਰ ਏ। ਫੇਰ ਮਾਰਤ ਇਸ ਤਰ੍ਹਾਂ ਜੰਗ ਵਿੱਚ ਫਿਰ ਕੇ ਇੱਧਰ ਉੱਧਰ ਹੋ ਗਏ ਸੂਰਮੇ, ਮਾਰ ਰਹੇ ਨੇ ਇੱਕ ਦੂਸਰੇ ਨੂੰ। ਸਤ ਗੁਰ ਹਿਰਤ ਗੁਰੂ ਹਰਗੋਬਿੰਦ ਸਾਹਿਬ ਸਾਰਾ ਜੰਗ ਵੇਖ ਰਹੇ ਹਨ। ਆਏ ਨਿਜ ਪ੍ਰੇਰਤ ਆਪਣੇ ਘੋੜੇ ਨੂੰ ਪ੍ਰੇਰ ਕੇ ਜਿੱਥਾ ਕੁ ਜ਼ੋਰ ਪੈਂਦਾ ਵੇਖਦੇ ਉੱਥੇ ਜਾਣ ਪਹੁੰਚਦੇ ਨੇ ਤੁਰਕਾਂ ਦੇ ਸਾਹਮਣੇ। ਕਰਖਤ ਚੰਪ ਹੈ ਤੇ ਕਰਖਤ ਚੰਪ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਖਿੱਚ ਖਿੱਚ ਕੇ ਧਨੁਸ਼ ਨੂੰ ਕਰ ਬਲ ਅਪ ਹੈ ਆਪਣਾ ਪੂਰਾ ਬਲ ਲਾ ਕਰਕੇ ਤੀਰ ਚਲਾਉਂਦੇ ਨੇ। ਤੁਰਕਨ ਬੀਰਤ ਜਿਹੜੇ ਤੁਰਕ ਵੱਧਦੇ ਆ ਰਹੇ ਨੇ ਉਹਨਾਂ ਦਾ ਨਵੇੜਾ ਕਰੀ ਜਾ ਰਹੇ ਨੇ, ਭਾਵ ਖਤਮ ਕਰੀ ਜਾਂਦੇ ਨੇ। ਢੇਰ ਢੇਰ ਢੇਰਤ ਤੇ ਬਹੁਤ ਹੀ ਡਿੱਗ ਡਿੱਗ ਕੇ ਟੇਰਦੇ ਉੱਚੀ ਉੱਚੀ ਪੁਕਾਰਾਂ ਕਰਦੇ ਆ, ਆਵਾਜ਼ਾਂ ਮਾਰਦੇ ਆ ਵੀ ਬਚਾ ਲਓ ਸਾਨੂੰ। ਭਾਰਤ ਕਰਾਹਤ ਧਰਤੀ ਦੇ ਪਏ ਕਰਾਹੰਦੇ ਨੇ ਦੁਖੀ ਹੋ ਕੇ ਜਿਨ੍ਹਾਂ ਦੇ ਫੱਟ ਲੱਗੇ ਹਨ। ਜਲ ਕਉ ਚਾਹਤ ਪਾਣੀ ਚਾਹੁੰਦੇ ਨੇ, ਹੁਣ ਉੱਥੇ ਕਿਹੜੀ ਮਾਂ ਬੈਠੀ ਹੈ ਪਾਣੀ ਪਿਆਵੇ, ਕੋਈ ਅੱਗੇ ਵੱਧ ਕੇ ਆਪਣੇ ਸਾਥੀ ਨੂੰ ਪਾਣੀ ਵੀ ਨਹੀਂ ਪਿਆਉਂਦਾ। ਰੱਬ ਮਹਿ ਹੂਰਨ ਇਸ ਤਰ੍ਹਾਂ ਸੂਰਮੇ ਸ਼ਹੀਦ ਹੋ ਰਹੇ ਨੇ, ਦੋਵਾਂ ਪਾਸਿਆਂ ਦੇ ਜੰਗ ਵਿੱਚ ਮਰ ਰਹੇ ਨੇ, ਜਿਨ੍ਹਾਂ ਨੂੰ ਵੇਖ ਕੇ ਆਕਾਸ਼ ਵਿੱਚ ਹੂਰਾਂ ਖੁਸ਼ ਹੋ ਰਹੀਆਂ ਨੇ। ਦੇਖ ਬਾਰ ਸੂਰਨ ਚੰਗੇ ਚੰਗੇ ਸੂਰਮੇ ਵੇਖ ਕੇ ਉਹਨਾਂ ਨੂੰ ਵਰਨਾ ਚਾਹੁੰਦੀਆਂ ਹਨ। ਚੱਕ ਜਿਨ ਚੰਚਲ ਇਸ ਤਰ੍ਹਾਂ ਜਿਨ੍ਹਾਂ ਦੇ ਬੜੇ ਸੁੰਦਰ ਸਰੂਪ ਹੈ, ਬੜੇ ਨੇਤਰ ਚੰਚਲ ਹੈ, ਬੜੀ ਉਹਨਾਂ ਦੇ ਮਨ ਵਿੱਚ ਖੁਸ਼ੀ ਹੈ, ਜੰਗ ਦੇ ਮੈਦਾਨ ਵਿੱਚ ਇੱਧਰ ਉੱਧਰ ਤੁਰੀਆਂ ਫਿਰਦੀਆਂ ਨੇ ਤੇ ਮਨ ਵਿੱਚ ਚਾਹ ਇਹੀ ਹੈ ਵੀ ਆਹ ਸੂਰਮਾ ਚੰਗਾ ਏ, ਇਹ ਮਾਰਿਆ ਜਾਵੇ, ਇਹ ਸ਼ਹੀਦ ਹੋ ਜੇ, ਮੈਂ ਇਸ ਨੂੰ ਵਰ ਲਵਾਂ। ਇਸ ਪ੍ਰਕਾਰ ਦੇ ਨਾਲ ਫਿਰਦੀਆਂ ਹਨ, ਹੋਰਾਂ ਸੂਰਮਿਆਂ ਨੂੰ ਵਰਦੀਆਂ ਹੋਈਆਂ। ਦੋਹਰਾ ਇਸ ਪ੍ਰਕਾਰ ਜੁਗ ਸੈਨ ਕੋ ਇਸ ਤਰ੍ਹਾਂ ਦੋਵਾਂ ਪਾਸਿਆਂ ਦੀ ਫੌਜ ਜਦੋਂ ਜੰਗ ਹੋਇਆ, ਰਣ ਮਾਚਿਓ ਕਮਸਾਨ ਬੜਾ ਘਮਸਾਨ ਦਾ ਭਿਆਨਕ ਜੰਗ ਇਹਨਾਂ ਦਾ ਆਪਸ ਵਿੱਚ ਮਚ ਗਿਆ ਹੈ। ਨਿਬਰ ਗਏ ਬਹੁ ਸੂਰਮਾ ਬੜੇ ਸੂਰਮੇ ਨਿਬੜ ਗਏ, ਭਾਵ ਕੇ ਪ੍ਰਾਣ ਤਿਆਗ ਗਏ। ਆਪਸ ਮੈਂ ਲੜਹਾਨ ਅਤੇ ਜਦੋਂ ਬਹੁਤੇ ਹੀ ਸੂਰਮੇ ਮਾਰੇ ਗਏ, ਆਪਸ ਦੇ ਵਿੱਚ ਲੜ ਲੜ ਕੇ ਕਈਆਂ ਦੀ ਹਾਨੀ ਹੋ ਗਈ। ਨਰ ਤੁਰੰਗ ਗਨ ਮਿਰਤ ਕੇ ਨਰ ਤੁਰੰਗ ਗਨ ਮੁਖ ਬਹੁਤੇ ਘੋੜੇ ਮਰੇ ਹਨ। ਲੱਗੇ ਵੱਡ ਅਪਾਰ ਤੇ ਮਰਿਆ ਹੋਇਆਂ ਦੇ ਬੜੇ ਵੱਡੇ ਵੱਡੇ ਢੇਰ ਲੱਗੇ ਨੇ। ਕਹੋ ਕਹਾਂ ਲਗ ਜੰਗ
ਕੋ। ਕਵੀ ਜੀ ਕਹਿੰਦੇ ਜੰਗ ਦੀ ਕਥਾ ਕਿੱਥੋਂ ਤੀਕਰ ਹੈ ਗੁਰ ਸਿੱਖੋ ਤੁਹਾਨੂੰ ਮੈਂ ਸੁਣਾਵਾਂ। ਲੜਤ ਬਾਹਨੀ ਦੋ। ਇਸ ਤਰ੍ਹਾਂ ਦੋਵਾਂ ਪਾਸਿਆਂ ਦੀਆਂ ਫੌਜਾਂ ਬੜੇ ਜੋਸ਼ ਨਾਲ ਲੜ ਲੜ ਕੇ ਇੱਕ ਦੂਸਰੇ ਨੂੰ ਮਾਰ ਰਹੀਆਂ ਨੇ। ਮਿਰਤਕ ਭਏ ਕੁਛ ਬਚ ਰਹੇ। ਬਹੁਤੇ ਮਾਰੇ ਗਏ ਕੁਝ ਕੁ ਬਚ ਰਹੇ ਸੂਰਮੇ। ਕੇ ਜੋ ਕਹਿੰਦੇ ਉਂਗਲਾਂ ਤੇ ਗਿਣ ਜੋਗੀ ਗਿਣਤੀ ਦੇ ਸਿੱਖ ਸੂਰਮੇ ਤੇ ਤੁਰਕ ਬਚ ਗਏ ਹਨ। ਇਸ ਤਰ੍ਹਾਂ ਕਾਲੇ ਖਾਨ ਤੇ ਫਿਰ ਜਦੋਂ ਆਪਣੀ ਫੌਜ ਮਰੀ ਹੋਈ ਵੇਖੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਮੁਖ ਜਿਨ ਜੁਧ ਜਿਵੇਂ ਆਮੋ ਸਾਹਮਣਾ ਕਹਿੰਦੇ ਦਵੱਲਾ ਜੰਗ ਹੋਇਆ ਗੁਰੂ ਬਹਾਦਰ ਤੇ ਕਾਲੇ ਖਾਨ ਸੂਰਮੇ ਦਾ। ਸੁਣੋ ਸੰਤ ਮਨ ਦੈ ਸਭ। ਇਹ ਸੰਤ ਰੂਪ ਗੁਰ ਸਿੱਖੋ ਮਨ ਦੇ ਕੇ ਉਹ ਕਥਾ ਸੁਣ ਲਓ ਹੁਣ। ਕਰਕੇ ਸੁਧ ਸੁ ਬੁੱਧ। ਆਪਣੀ ਬੁੱਧੀ ਨੂੰ ਕਹਿੰਦੇ ਸਾਫ਼ ਸਵੱਛ ਕਰਕੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਕਾਲੇ ਖਾਨ ਦਾ ਜੰਗ ਸੁਣੋ। ਦੋਹਰਾ ਲਗੀ ਸੈਨ ਸੋ ਸੈਨ ਤਬ। ਜਦੋਂ ਇਸ ਤਰ੍ਹਾਂ ਫੌਜਾਂ ਦੇ ਨਾਲ ਫੌਜਾਂ ਇੱਕ ਦੂਸਰੇ ਨਾਲ ਜੁਟ ਗਈਆਂ। ਹਥਿਆਰਨ ਕਹੁ ਮਾਰ। ਇੱਕ ਦੂਜੇ ਦੇ ਹਥਿਆਰਾਂ ਸ਼ਸਤਰਾਂ ਦੀ ਮਾਰ ਕਰਦੇ ਹਨ। ਕਾਲੇ ਖਾਨ ਸਨ ਮੁਖ ਗਇਓ। ਇਧਰ ਕਾਲੇ ਖਾਨ ਸਿੱਧਾ ਅੱਗੇ ਵੱਲ ਨੂੰ ਵੱਧ ਗਿਆ। ਜੈ ਸਤਿਗੁਰੂ ਨਿਹਾਰ। ਜਿਸ ਥਾਂ ਦੇ ਗੁਰੂ ਹਰਗੋਬਿੰਦ ਸਾਹਿਬ ਖਲੋਤੇ ਸਨ ਮਹਾਰਾਜ ਨੂੰ ਵੇਖ ਕੇ ਕਾਲੇ ਖਾਨ ਜਰਨੈਲ ਸਿੱਧਾ ਗੁਰਾਂ ਦੇ ਪਾਸ ਗਿਆ ਏ। ਚੌਪਾਈ ਚੰਚਲ ਕਰਤ ਤੁਰੰਗਨ ਚਾਇ। ਆਪਣੇ ਘੋੜੇ ਨੂੰ ਪ੍ਰੇਰ ਕੇ ਚਲ ਕੀਤਾ ਤੇ ਨਚਾਉਣ ਲੱਗ ਪਿਆ। ਸ੍ਰੀ ਹਰਗੋਬਿੰਦ ਸਨਮੁਖ ਤੇ ਆਇਓ। ਘੋੜੇ ਨੂੰ ਨਚਾਉਂਦਾ ਪਹਿਲਾਂ ਪਾਉਂਦਾ ਕਾਲੇ ਖਾਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਆਣ ਡਟਿਆ। ਪਹੁੰਚਿਓ ਨਿਕਟ ਧਨੁਖ ਸੰਭਾਰ। ਸਤਿਗੁਰਾਂ ਦੇ ਸਾਹਮਣੇ ਆ ਕਰਕੇ ਨੇ ਧਨੁਖ ਬਾਣ ਸੰਭਾਲਿਆ ਹੈ। ਕਰ ਖਪਰਾ ਗੁਣ ਮਹਿ ਸੰਚਾਰਤ। ਖਪਰਾ ਬੜਾ ਤਿੱਖਾ ਤੀਰ ਉਸੇ ਵੇਲੇ ਧਨੁਖ ਦੇ ਵਿੱਚ ਚਿੱਲੇ ਦੇ ਵਿੱਚ ਚਾੜਨਾ ਕੀਤਾ ਕਾਲੇ। ਗੁਰਨ ਬਗਾਰਤ ਬਾਗ ਉਚਾਰੇ। ਤੇ ਜਦੋਂ ਤੀਰ ਕੱਸ ਲਿਆ ਹੈ ਕਮਾਨ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੂੰ ਵੰਗਾਰਦਿਆਂ ਹੋਇਆਂ ਕਾਲੇ ਖਾਨ ਕਹਿਣ ਲੱਗਾ ਪ੍ਰੀਤਮ ਤਮੋ ਬਹੁ ਖਾਨ ਸੰਗਾਰੇ। ਕਹਿਣ ਲੱਗਾ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਤੋਂ ਪਹਿਲਾਂ ਬੜੇ ਖਾਨ ਬਹਾਦਰ ਆਏ ਤੇ ਤੁਸੀਂ ਸਾਰੇ ਹੀ ਮਾਰ ਦਿੱਤੇ। ਜੇ ਤੀਰਨ ਕੋ ਅਧਿਕ ਚਲਾਵ। ਜਿਹੜੇ ਮੇਰੇ ਸੂਰਮੇ ਵੱਡੇ ਵੱਡੇ ਤੀਰ ਕਮਾਨ ਵਿਦਿਆ ਵਿੱਚ ਬੜੇ ਮਾਹਰ ਸਨ ਧਨੁਸ਼ ਬਾਣ ਵਿਦਿਆ ਦੇ ਵਿੱਚ ਇੰਨੇ ਟ੍ਰੇਨ ਸਨ ਵੀ ਤੀਰਾਂ ਨਾਲ ਵੈਰੀ ਨੂੰ ਮਾਰੇ ਸੀ। ਸਭ ਮਹਿ ਵੱਡ ਬਲਵਾਨ ਕਹਾਵਤ। ਜੋ ਵੱਡੇ ਵੱਡੇ ਜਿਹੜੇ ਬਲੀ ਮੇਰੇ ਸੂਰਮੇ ਕਹਾਉਂਦੇ ਸਨ ਸ਼ਾਹਜਹਾਨ ਦੇ। ਅਬ ਮੈਂ ਚਲ ਆਇਓ ਤੁਮ ਓਰਾ। ਕਾਲੇ ਖਾਂ ਕਹਿੰਦਾ ਉਹ ਤਾਂ ਤੁਸੀਂ ਸਾਰੇ ਮਾਰ ਲਏ ਤੇ ਸਮਝ ਲਿਆ ਸੂਰਮੇ। ਹੁਣ ਕਹਿੰਦਾ ਮੈਂ ਖੁਦ ਚੱਲ ਕੇ ਤੁਹਾਡੇ ਵੱਲ ਆ ਗਿਆ ਹਾਂ। ਕਾਲੇ ਖਾਨ ਨਾਮ ਲਖ ਮੋਰਾ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮੇਰਾ ਨਾਮ ਕਾਲੇ ਖਾਂ ਜਾਣੋ ਮੈਂ ਜਲੰਧਰ ਦਾ ਮੈਂ ਪਿਸ਼ੌਰ ਦਾ ਸੂਬੇਦਾਰ ਹਾਂ ਵੱਡਾ ਜਰਨੈਲ ਸ਼ਾਹਜਹਾਨ ਬਾਦਸ਼ਾਹ ਦਾ। ਗੁਰ ਕੋ ਤੁਮ ਕੋ ਪਕਰਨ ਸ਼ਾਹ ਪਠਾਇਓ। ਸ਼ਾਹਜਹਾਨ ਨੇ ਮੈਨੂੰ ਕਰਕੇ ਤੁਹਾਨੂੰ ਜਿਉਂਦਿਆਂ ਫੜਨ ਵਾਸਤੇ ਭੇਜਿਆ ਹੈ। ਲਸ਼ਕਰ ਲੈ ਛੱਡ ਮੈਂ ਆਇਓ। ਤੇ ਤੁਹਾਨੂੰ ਮਾਰਨ ਜਾਂ ਫੜਨ ਦੇ ਲਈ ਬਹੁਤੀ ਹੀ ਗਿਣਤੀ ਵਿੱਚ ਮੈਂ ਫੌਜ ਲੈ ਕੇ ਇੱਥੇ ਆਇਆ ਕਰਤਾਰਪੁਰ। ਕੈ ਸਭ ਕੋ ਪਲਟਾ ਰਣ ਲੈ ਹੋ। ਹੁਣ ਜਿੰਨੇ ਵੀ ਮੇਰੇ ਪਹਿਲੇ ਸੂਰਮੇ ਮਰੇ ਆ ਤਿੰਨਾਂ ਜੰਗਾਂ ਦੇ ਵਿੱਚ ਜਾਂ ਐਸ ਜੰਗ 'ਚ ਜਿਹੜੇ ਤੁਸੀਂ ਮੇਰੇ ਜਰਨੈਲ ਮਾਰੇ ਆ ਜਾਂ ਤਾਂ ਕਾਲੇ ਖਾਂ ਕਹਿੰਦਾ ਹੁਣ ਸਾਰਿਆਂ ਦਾ ਬਦਲਾ ਲਵਾਂਗਾ ਤੁਹਾਡੇ ਕੋਲੋਂ। ਬਹੁ ਲਸ਼ਕਰ ਲਈ ਮੈਂ ਚੜ ਆਇਓ। ਕਿਉਂਕਿ ਮੈਂ ਬੜੇ ਗੁੱਸੇ ਦੇ ਵਿੱਚ ਆ ਕਰਕੇ ਬੜੀ ਫੌਜ ਲੈ ਕਰਕੇ ਚੜ ਕੇ ਆਇਆ ਹਾਂ। ਕੈ ਸਭ ਕੋ ਪਲਟਾ ਰਣ ਮੈਂ ਲੈ ਹੋ। ਜਾਂ ਪਹਿਲੇ ਮਰਿਆਂ ਦਾ ਹੁਣ ਮੈਂ ਜੰਗ ਦੇ ਵਿੱਚ ਬਦਲਾ ਲਵਾਂਗਾ ਤੁਹਾਡੇ ਕੋਲੋਂ। ਨਾਹੀਂ ਤਾਂ ਪ੍ਰਾਨ ਆਪਣੇ ਦੇ ਹੋ। ਤੇ ਜੇ ਬਦਲਾ ਨਾ ਲੈ ਸਕਿਆ ਤੇ ਸੂਰਮਗਤੀ ਨੂੰ ਪ੍ਰਾਪਤ ਹੋ ਗਏ ਆਪਣੀ ਜਾਨ ਦੇ ਦਿਆਂਗਾ ਮਰ ਜਾਵਾਂਗਾ ਪਰ ਵਾਪਸ ਨਹੀਂ ਜਾਵਾਂਗਾ। ਸਾਵਧਾਨ ਹੋਏ ਸਹੁ ਮਮ ਬਾਨਾ। ਸਹੁ ਮਮ ਬਾਨਾ। ਐਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਹੜਾ ਕਾਲੇ ਖਾਨ ਪਿਸ਼ੌਰ ਦਾ ਸੂਬੇਦਾਰ ਕਹਿੰਦਾ ਮੇਰਾ ਹੁਣ ਵਾਰ ਚੱਲੋ ਮੈਂ ਲੱਗਾ ਚਲਾਉਣ ਤੁਹਾਡੇ ਵੱਲ ਧਨੁਖ ਬਾਣ
ਤੇ ਤੁਸੀਂ ਤਿਆਰ ਹੋ ਕੇ ਰੋਕੋ ਮੇਰਾ ਵਾਰ ਹੁਣ। ਹਤੋ ਮਹਾ ਤੀਖਨ ਹਿਤ ਹਾਨਾ, ਬੜਾ ਤਿੱਖਾ ਹੈ ਤੁਹਾਨੂੰ ਮਾਰਨ ਵਾਸਤੇ ਮੈਂ ਇਹ ਤੀਰ ਚਲਾਵਾਂਗਾ। ਸ਼੍ਰੀ ਹਰਿ ਗੋਬਿੰਦ ਸੁਨ ਮੁਸਕਾਏ, ਜਦੋਂ ਕਾਲੇ ਖਾਨ ਨੇ ਮਹਾਰਾਜ ਨੂੰ ਵੰਗਾਰਿਆ ਤੇ ਇਹਦੀ ਗੱਲ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮੁਸਕਰਾਉਣ ਲੱਗ ਪਏ। ਜਿਸ ਮਗ ਪੂਰਬ ਤੁਰਕ ਪਠਾਏ, ਮਹਾਰਾਜ ਸਾਹਿਬ ਕਹਿਣ ਲੱਗੇ ਉਹ ਜਿੱਥੇ ਤੂੰ ਕਹਿੰਦਾ ਵੀ ਹੁਣ ਮੈਂ ਆ ਗਿਆ, ਤੂੰ ਕੀ ਆ ਗਿਆ ਤੂੰ ਫੰਨੇ ਖਾਂ। ਕਹਿੰਦੇ ਵੀ ਜਿਹੜੇ ਰਸਤੇ ਦੇ ਜਿਸ ਮਗ ਪੂਰਬ ਤੁਰਖ ਪਠਾਏ, ਜਿਹੜੇ ਰਸਤੇ ਤੇ ਕਹਿ ਲੋ ਵੀ ਜਿਹੜੀ ਸੜਕ ਦੇ ਤੇਰੇ ਪਹਿਲੇ ਆਏ ਹੋਏ ਪਠਾਨ ਸੂਰਮੇ ਤੋਰੇ ਅਸੀਂ ਇੱਥੋਂ, ਸੋ ਅਬ ਬੰਦ ਨਹੀਂ ਕਛ ਪਾਇਓ। ਉਹ ਰਾਹ ਕਿਹੜਾ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਹੁਣ ਬੰਦ ਹੋ ਗਿਆ। ਉਹ ਵੀ ਜੀਟੀ ਰੋਡ ਕਹਿ ਲੋ ਹੁਣ ਦੀ ਬੋਲੀ 'ਚ ਉਸੇ ਤਰ੍ਹਾਂ ਹੀ ਚੱਲਦਾ, ਉਸੇ ਰਾਹ ਤੈਨੂੰ ਤੋਰਾਂਗੇ ਜਿੱਥੇ ਪਹਿਲੇ ਤੇਰੇ ਸਾਥੀ ਗਏ ਹਨ। ਸਭਨ ਆਏ ਭਟ ਰਣ ਕਰ ਲਇਓ, ਸਾਰੇ ਤੇਰੇ ਵਰਗੇ ਇਦਾਂ ਹੀ ਲਲਕਾਰਦੇ ਆਉਂਦੇ ਸੀ ਵੀ ਮੈਂ ਬੜਾ ਸੂਬੇਦਾਰ ਵੱਡਾ ਏ, ਤੇ ਸਾਰਿਆਂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸਾਡੇ ਨਾਲ ਜੰਗ ਕਰਕੇ ਵੇਖ ਹੀ ਲਿਆ ਹੈ। ਨਾਸੇ ਸ਼ਾਹੋ ਬਾਹਨੀ ਸਾਰੀ, ਸ਼ਾਹਜਹਾਨ ਦੀ ਸਾਰੀ ਫੌਜ ਖਤਮ ਕਰਾਂਗੇ, ਜਿੰਨੀ ਵੀ ਚੜ ਕੇ ਆਈ ਆ ਨਾਸ਼ ਕਰਾਂਗੇ ਜੰਗ ਵਿੱਚ। ਹਮ ਠਾਂਡੇ ਅਬ ਤੋਹੇ ਅਗਾਰੀ, ਤੇ ਜਿਹੜਾ ਤੂੰ ਆਨਾ ਵੀ ਮੈਂ ਵਾਰ ਕਰਨਾ ਹੈ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਤੇਰੇ ਸਾਹਮਣੇ ਹੀ ਖਲੋਤੇ ਆ, ਵੇਖ ਲਾ ਹੁਣ ਜੋ ਤੂੰ ਕਰਨਾ ਹੈ। ਜਸ ਵਿਦਿਆ ਤੀਰਨ ਕੀ ਪਾਈ, ਜਿਹੋ ਜੀ ਤੂੰ ਆਪਣੇ ਗੁਰੂ ਉਸਤਾਦ ਕੋਲੋਂ ਧਨੁਖ ਵਿਦਿਆ ਸਿੱਖੀ ਹੈ, ਜਿੱਡਾ ਕੁ ਵੱਡਾ ਤੂੰ ਵਿਦਵਾਨ ਹੈ ਸ਼ਸਤਰ ਵਿਦਿਆ ਵਿੱਚ। ਸਭ ਕਰੋ ਦੇਹੋ ਦਿਖਰਾਈ, ਮਹਾਰਾਜ ਸਾਹਿਬ ਕਹਿੰਦੇ ਵਿਖਾ ਵਿਦਿਆ ਵੇਖਦੇ ਆ ਵੀ ਕਿੱਡਾ ਕੁ ਸੂਰਮਾ ਏ। ਪੂਰਬ ਸਹਿ ਵਾਰ ਸਰ ਤੋਰਾ, ਪਹਿਲਾ ਤੀਰ ਦਾ ਵਾਰ ਮਹਾਰਾਜ ਕਹਿੰਦੇ ਤੂੰ ਕਰ ਦੇ, ਤੇਰਾ ਵਾਰ ਅਸੀਂ ਸਹਾਰਾਂਗੇ ਆਪਣੇ ਸਰੀਰ ਤੇ। ਪਿਛੇ ਕਰੋ ਬਿਲੋਕਨ ਮੋਰਾ, ਤੇ ਫਿਰ ਦੂਸਰਾ ਵਾਰ ਅਸੀਂ ਚਲਾਵਾਂਗੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਫਿਰ ਸਾਡਾ ਵਾਰ ਵੇਖ ਲਈ ਤੂੰ। ਹਿਮ ਸੁਣਤੇ ਸ਼ਰਤ ਲਓ ਤਨ ਤਨ, ਕੰਨਾਂ 'ਚ ਮਹਾਰਾਜ ਦੀ ਇਹ ਗੱਲ ਸੁਣਦੇ ਆਂ ਵੀ ਖਾਨਾ ਪਹਿਲਾਂ ਤੂੰ ਹੀ ਤੀਰ ਚਲਾ ਲਏ ਨੇ, ਉਸੇ ਵੇਲੇ ਤੀਰ ਮਹਾਰਾਜ ਵੱਲ ਸਿੱਧਾ ਕਰ ਲਿਆ, ਧਨੁਖ ਤਾਣ ਲਿਆ। ਬਲ ਤੇ ਤਿਆਗਿਓ ਤੀਖਨ ਬਾਨਾ, ਤੇ ਬਲ ਦੇ ਨਾਲ ਪੂਰੇ ਜ਼ੋਰ ਦੇ ਨਾਲ ਤਿੱਖਾ ਬਾਣ ਗੁਰੂ ਹਰਗੋਬਿੰਦ ਸਾਹਿਬ ਵੱਲ ਤਿਆਗਿਆ ਹੈ ਖਪਰਾ ਤੀਰ। ਸ਼ੋਰਤ ਬੋਲਿਓ ਕਾਲੇ ਖਾਨਾ, ਤੇ ਜਦੋਂ ਧਨੁਖ ਦੇ ਵਿੱਚੋਂ ਤੀਰ ਛੱਡਿਆ ਤੇ ਛੱਡਦਿਆਂ ਹੋਇਆਂ ਨਾਲ ਹੀ ਗੁਰੂ ਸਾਹਿਬ ਨੂੰ ਕਾਲੇ ਖਾਨ ਕਹਿਣ ਲੱਗਾ, ਇਹੋ ਪਤਾ ਜਿਮ ਵਿਦਿਆ ਵਾਨਾ, ਕਹਿੰਦਾ ਗੁਰੂ ਜੀ ਜੇ ਮੇਰੀ ਵਿਦਿਆ ਵੇਖਣੀ ਆ ਆਇਆ ਜੇ ਤੀਰ ਵੇਖਿਓ ਤੁਹਾਡੇ ਹੁਣੇ ਸੀਨੇ 'ਚੋਂ ਪਾਰ ਕਰਦਾ, ਨਾਲੇ ਮੇਰੀ ਧਨੁਖ ਵਿਦਿਆ ਵੇਖ ਲਿਓ। ਮਾਰਾ ਹੀ ਜਾਨੋ ਧਰ ਗਿਰਿਓ, ਤੁਹਾਨੂੰ ਮੈਂ ਹੁਣ ਮਾਰ ਲਿਆ ਹੀ ਸਮਝ ਲਓ, ਧਰਤੀ ਤੇ ਡਿੱਗਣਾ ਤੁਹਾਡਾ ਬਾਕੀ ਰਹਿ ਗਿਆ ਹੈ। ਗੁਰੂ ਨੇ ਹਰਿਓ, ਤੇ ਇਸ ਤਰ੍ਹਾਂ ਜਦੋਂ ਤੀਰ ਚਲਾਇਆ ਇਹਨੇ ਫੁਰਤੀ ਨਾਲ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੀਰ ਆਉਂਦਾ ਵੇਖਿਆ। ਮਸਤਕ ਸ਼ੁਭਤ ਸੋ ਗਇਓ ਅਗਾਰੀ, ਪਾਤਸ਼ਾਹ ਨੇ ਘੋੜੇ ਨੂੰ ਚੰਚਲ ਕੀਤਾ ਤੇ ਇੱਕਦਮ ਆਪਣੇ ਆਪ ਨੂੰ ਸੰਭਾਲਦਿਆਂ ਸਤਿਗੁਰੂ ਪਿੱਛੇ ਨੂੰ ਧੜ ਕੀਤਾ ਹੈ। ਕਰ ਖਪਰਾ ਕੁਛ ਮਾਸ ਉਤਾਰੇ, ਤੇ ਜਦੋਂ ਮਹਾਰਾਜ ਸਾਹਿਬ ਨੇ ਤੀਰ ਆਉਂਦਾ ਵੇਖਿਆ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਤੀਰ, ਵਾਹਿਗੁਰੂ ਕਾਲੇ ਖਾਨ ਦਾ ਚਲਾਇਆ ਹੋਇਆ ਤੀਰ, ਉਹ ਵਾਰ ਤਾਂ ਖਾਲੀ ਚਲੇ ਗਿਆ, ਪਰ ਥੋੜਾ ਜਿਹਾ ਸਤਿਗੁਰੂ ਜੀ ਦੇ ਮਸਤਕ ਦੇ ਨਾਲ ਛੂ ਕੇ ਅੱਗੇ ਨੂੰ ਲੰਘਿਆ ਹੈ। ਬੂੰਦ ਰਕਤ ਕੇ ਨਿਕਸੀ, ਖਰ ਬੜਾ ਤਿੱਖਾ ਹੈ ਤੇ ਖਪਰਾ ਅੱਗਿਓਂ ਚੌੜਾ ਹੈ। ਜਦੋਂ ਮਹਾਰਾਜ ਦੇ ਮਸਤਕ ਦੇ ਲਾਗਿਓਂ ਦੀ ਲੰਘਿਆ ਤੇ ਥੋੜਾ ਜਿਹਾ ਮਾਸ ਤੀਰ ਦੀ ਜਿਹੜੀ ਪਾਸੇ ਵਾਲੀ ਚੁੰਝ ਜੀ ਪਾਸੇ ਵਾਲਾ ਤਿੱਖਾ ਜਿਹਾ ਕਿਨਾਰਾ ਏ, ਉਹਨੇ ਮੱਥੇ ਤੋਂ ਗੁਰੂ ਹਰਗੋਬਿੰਦ ਸਾਹਿਬ ਦੇ ਥੋੜਾ ਮਾਸ ਉਤਾਰ ਦਿੱਤਾ। ਬੂੰਦ ਰਕਤ ਕੇ ਨਿਕਸੀ ਲਾ, ਤੇ ਜਦੋਂ ਮਾਸ ਥੋੜਾ ਜਿਹਾ ਮੱਥੇ ਤੋਂ ਉੱਤੇ ਨੂੰ ਉਭਰਿਆ, ਵਿੱਚੋਂ ਲਾਲ ਰੰਗ ਦੇ ਲਹੂ ਦੀਆਂ ਬੂੰਦਾਂ ਨਿਕਲੀਆਂ ਹਨ। ਮਨੋ ਤਿਲਕ ਜੈ ਕੋ ਲਗ ਭਾਰ, ਕਵੀ ਸੰਤੋਖ ਸਿੰਘ ਜੀ ਕਹਿੰਦੇ ਮਹਾਰਾਜ ਦੇ ਮੱਥੇ ਤੋਂ ਉਹ ਖੂਨ ਦੀਆਂ ਲਹੂ ਦੀਆਂ ਬੂੰਦਾਂ ਨਹੀਂ ਨਿਕਲੀਆਂ, ਮਾਨੋ ਵੀ ਜੰਗ ਦੀ ਜਿੱਤ ਦਾ ਟਿੱਕਾ ਲੱਗ ਗਿਆ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਜੰਗ ਤੁਸੀਂ ਜਿੱਤ ਗਏ ਹੋ। ਰਿਜੈ ਕ੍ਰੋਧ ਤਬ ਦੂਨ ਚਾਉਨਾ, ਉਸ ਵੇਲੇ ਮਹਾਰਾਜ ਦੇ ਜਦੋਂ ਮਸਤਕ ਨਾਲ ਛੂਹ ਕੇ ਬਾਣ ਲੰਘਿਆ, ਕਾਲੇ ਖਾਨ ਦਾ ਵੀਰ ਰਸ ਗੁਰੂ ਸਾਹਿਬ ਅੰਦਰ ਹੋਰ ਵੱਧ ਗਿਆ। ਮੱਥੇ ਤੇ ਤਿਉੜੀਆਂ ਪਾਲੀਆਂ ਛੇਵੇਂ ਪਾਤਸ਼ਾਹ ਨੇ। ਹਰਿਓ ਨਿਕਾਸਨ ਸਰ ਖਰ ਤੂਨਾ, ਬੜੀ ਛੇਤੀ ਦੇ ਨਾਲ ਤਿੱਖਾ ਤੀਰ ਪੱਥੇ ਦੇ ਵਿੱਚੋਂ ਸਤਿਗੁਰਾਂ ਨੇ ਕੱਢਿਆ।
ਤੂਰਨ ਪੂਰਨ ਕਾਨ ਲਗ ਮਾਰਾ। ਤੇ ਤੂਰਨ ਪੂਰ ਕਾਨ ਲਗ ਮਾਰਾ, ਛੇਤੀ ਨਾਲ ਕੰਨ ਤੀਕਰ ਖਿੱਚ ਕੇ ਮਹਾਰਾਜ ਨੇ ਧਨੁਸ਼ ਨੂੰ ਤੇ ਤੀਰ ਮਾਰਿਆ। ਇੱਕ ਸਰੂਪ ਕੋ ਡਰ ਬਹੁ ਧਾਰਾ। ਤੇ ਮਹਾਰਾਜ ਦਾ ਭਿਆਨਕ ਸਰੂਪ ਹੋਇਆ ਵੇਖ ਕੇ ਕਾਲੇ ਖਾਨ ਇੱਕ ਵਾਰਾਂ ਦੇ ਡਰ ਗਿਆ ਵੀ ਇਹਨਾਂ ਨੇ ਤੇ ਅੱਖਾਂ ਹੀ ਲਾਲ ਬੜੀਆਂ ਕਰ ਲਈਆਂ ਨੇ। ਤਾਨਤ ਧਨ ਕੋ ਡਰ। ਉਸ ਵੇਲੇ ਮਹਾਰਾਜ ਦਾ ਵਾਰ ਝੱਲਣ ਦੀ ਥਾਂ ਤੇ ਅੱਗੋਂ ਆਪ ਧਨੁਖ ਸਿੱਧਾ ਕਰਕੇ ਤੇ ਟਲਦਾ ਹੋਇਆ ਇੱਧਰ ਉੱਧਰ ਨੂੰ ਘੋੜੇ ਨੂੰ ਤੋਰਨ ਲੱਗਾ ਹੈ ਗੁਰਾਂ ਤੋਂ ਬਚ ਕੇ। ਪ੍ਰੇਰਿਤ ਬਾਜੀ ਬਹੁ ਬਲ ਵਾਲਾ। ਤੇ ਆਪਣੇ ਘੋੜੇ ਨੂੰ ਪ੍ਰੇਰਿਆ ਹੈ ਜਿਹੜਾ ਬੜਾ ਬਲ ਵਾਲਾ ਬੜਾ ਕੀਮਤੀ ਘੋੜਾ ਹੈ। ਛੇਤੀ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਵਾਰ ਤੋਂ ਬਚਣ ਲਈ ਇਹਨੇ ਘੋੜਾ ਭਜਾ ਲਿਆ ਇੱਕ ਪਾਸੇ ਨੂੰ। ਤੀਰ ਗੁਰ ਕਰਤੇ ਐਸੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਦਾ ਨਿਸ਼ਾਨਾ ਤੱਕ ਕੇ ਜਦੋਂ ਤੀਰ ਚਲਾਇਆ ਤੇ ਐਵੇਂ ਮਹਾਰਾਜ ਦਾ ਤੀਰ ਗਿਆ ਹਵਾ ਵਿੱਚ ਉੱਡਦਾ। ਦੇਖ ਤਰ ਰਿਸ ਤਰ ਉੱਡਗਾ ਜੈਸੇ। ਕਹਿੰਦੇ ਜਿਵੇਂ ਗੁੱਸਾ ਖਾ ਕਰਕੇ ਜ਼ਹਿਰੀਲਾ ਸੱਪ ਫੁਸ਼ੂਕਦਾ ਹਵਾ ਦੇ ਵਿੱਚ ਜਾਂਦਾ ਹੋਵੇ। ਤੁਰਕ ਗਇਓ ਬਚ ਤੁਰੰਗ ਸੰਘਾਰੇ। ਜਦੋਂ ਇਹ ਤੁਰਕ ਨੇ ਮਹਾਰਾਜ ਦਾ ਵਾਰ ਖਲੋਗੇ ਨਾ ਸਹਾਰਿਆ ਮਰਦਾਂ ਵਾਂਗ ਤੇ ਸੱਜੇ ਖੱਬੇ ਨੂੰ ਘੋੜਾ ਭੰਜਾ ਲਿਆ। ਆਪ ਤਾਂ ਇਹ ਬਚ ਗਿਆ ਪਰ ਗੁਰੂ ਸਾਹਿਬ ਦਾ ਚਲਾਇਆ ਹੋਇਆ ਤੀਰ ਘੋੜੇ ਦੇ ਢਿੱਡ 'ਚ ਜਾ ਕੇ ਵੱਜਾ, ਕਿਉਂਕਿ ਇਹਨੇ ਘੋੜਾ ਇੱਕ ਪਾਸੇ ਨੂੰ ਦੌੜਾ ਲਿਆ ਸੀ ਤੇ ਸਿੱਧਾ ਤੀਰ ਢਿੱਡ ਦੇ ਵਿੱਚ ਵੱਜਾ ਹੈ ਘੋੜੇ ਦੇ। ਉਦਰ ਮਹਿ ਪਾਰ ਪਧਾਰਿਓ। ਤੇ ਉਸੇ ਵੇਲੇ ਮਹਾਰਾਜ ਸਾਹਿਬ ਜੀ ਦੇ ਚਲਾਏ ਹੋਏ ਤੀਰ ਦੇ ਨਾਲ ਘੋੜਾ ਧਰਤੀ ਤੇ ਡਿੱਗ ਪਿਆ। ਲੱਗੇ ਉਧਰ ਮੈਂ ਪਾਰ ਪਧਾਰਿਓ, ਆਰ ਪਾਰ ਹੋ ਗਿਆ ਢਿੱਡ ਦੇ ਵਿੱਚੋਂ। ਨਿਦੜ ਗਿਰ ਪਰਿਓ ਤੁਰਤ ਦੁਖ ਪਾਏ। ਤੇ ਆਹ ਦੋ ਤੁਕਾਂ ਜਿਹੜੀਆਂ ਇਹਨਾਂ ਛਾਪੇ ਵਿੱਚ ਹੋਣ ਵਾਲੀਆਂ ਪੋਥੀਆਂ 'ਚ ਨਹੀਂ ਆਉਂਦੀਆਂ ਪਰ ਪੁਰਾਣੇ ਗੁਰਮੁਖ ਦੱਸਦੇ ਉਹਨਾਂ ਲਿਖਾਈਆਂ ਕਥਾ ਵਿੱਚ ਵੀ ਨਿਦੜ ਗਿਰ ਪਰਿਓ ਤੁਰਤ ਦੁਖ ਪਾਏ, ਵੀ ਘੋੜਾ ਬੜੀ ਛੇਤੀ ਦੇ ਨਾਲ ਧਰਤੀ ਤੇ ਡਿੱਗ ਪਿਆ, ਬੜਾ ਦੁਖੀ ਹੋ ਗਿਆ। ਤਾਤ ਕਾਲ ਗਏ ਪ੍ਰਾਨ ਬਿਲਾਏ। ਤੇ ਮਹਾਰਾਜ ਦਾ ਤੀਰ ਘੋੜੇ ਦੇ ਢਿੱਡ ਚੋਂ ਆਰ ਪਾਰ ਹੁੰਦਿਆਂ ਸਾਰੀ ਉਹਦੇ ਪ੍ਰਾਣ ਨਿਕਲ ਗਏ। ਕਾਲੇ ਖਾਂ ਉੱਤਰ ਕਰਿਆ ਹਰਿਓ। ਉਧਰ ਕਾਲੇ ਖਾਨ ਦਾ ਜਦੋਂ ਘੋੜਾ ਮਰਿਆ ਤੇ ਛਾਲ ਮਾਰ ਕੇ ਘੋੜੇ ਤੋਂ ਉਤਰ ਗਿਆ। ਆਪਣਾ ਆਪ ਸੰਭਾਰਨ ਕਰਿਓ। ਤੇ ਡਿੱਗਦੇ ਹੋਏ ਨੇ ਆਪਣਾ ਆਪ ਸੰਭਾਲਿਆ ਵੀ ਕਿਤੇ ਘੋੜੇ ਦੇ ਥੱਲੇ ਹੀ ਨਾ ਆਉਂਦਾ ਹੋਵਾਂ। ਕਹਿਤ ਭਇਓ ਅਬ ਹੋਤ ਅਨੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਥੱਲੇ ਆ ਕਰਕੇ ਕਹਿਣ ਲੱਗਾ ਵੀ ਹੁਣ ਮਹਾਰਾਜ ਜੇ ਤੁਸੀਂ ਮੇਰੇ ਤੇ ਵਾਰ ਕਰੋ ਤਾਂ ਇਹ ਅਨੀਤ, ਇਹ ਗਲਤ ਗੱਲ ਹੋਵੇਗੀ। ਜੇ ਤੁਮ ਕਰੋ ਜੰਗ ਕੀ ਰੀਤੀ। ਕਿਉਂਕਿ ਜੇ ਤੁਸੀਂ ਜੰਗ ਦੀ ਮਰਿਆਦਾ ਅਨੁਸਾਰ ਮੇਰੇ ਨਾਲ ਯੁੱਧ ਕਰੋ। ਖਰੋ ਧਰਾ ਪਰ ਮੈਂ ਹੈ ਬਿਨਾ। ਵੇਖੋ ਵੀ ਮੈਂ ਧਰਤੀ ਦੇ ਖਲੋਤਾ ਹਾਂ ਘੋੜੇ ਤੋਂ ਬਗੈਰ, ਤੇ ਤੁਹਾਡਾ ਵੀ ਹੁਣ ਫਰਜ਼ ਬਣਦਾ ਹੈ। ਤੁਮ ਚੜ ਰਹੇ ਬੇਗ ਜਿਸ ਘਨਾ। ਤੁਸੀਂ ਬੜੇ ਬਲੀ ਘੋੜੇ ਦੇ ਉੱਤੇ ਖਲੋਤੇ ਹੋ, ਮੈਂ ਧਰਤੀ ਦੇ ਖਲੋਤਾ ਹਾਂ। ਜੇਕਰ ਸਮ ਹੋਏ ਰਣ ਕੋ ਕਰੋ। ਤੇ ਜੇ ਕਾਲੇ ਖਾਂ ਕਹਿੰਦਾ ਤੁਸੀਂ ਮੇਰੇ ਸਮ ਬਰਾਬਰ ਆ ਕੇ ਘੋੜੇ ਤੋਂ ਥੱਲੇ ਆ ਕੇ ਸਾਹਮਣੇ ਮੇਰੇ ਨਾਲ ਜੰਗ ਕਰੋ ਹੁਣ। ਭਜੋ ਤੁਰੰਗ ਚਰਨ ਪਰ ਥਿਰ ਹੋ। ਤੇ ਘੋੜਾ ਛੱਡ ਕੇ ਆਪਣੇ ਪੈਰਾਂ ਦੇ ਖਲੋ ਕੇ ਮੇਰੇ ਵਾਂਗ ਮਹਾਰਾਜ ਸਾਹਮਣੇ ਆਵੋ ਮੇਰੇ। ਤੋ ਮੈਂ ਕਰੂੰ ਖੜਗ ਸੰਗਰਾਮਾ। ਜੇ ਤਾਂ ਬਰਾਬਰ ਦਾ ਯੁੱਧ ਕਰੋਗੇ ਫਿਰ ਮੈਂ ਖੜਗ ਕੱਢ ਕੇ ਕਿਰਪਾਨ ਕੱਢ ਕੇ ਤੁਹਾਡੇ ਨਾਲ ਜੰਗ ਕਰਾਂਗਾ। ਤਕ ਬਹੁ ਦਾਵ ਦਹਨ ਗੁਰ ਬਾਮਾ। ਤੇ ਆਪਣਾ ਦਾ ਤੱਕ ਕੇ ਸੱਜੇ ਖੱਬੇ ਨੂੰ ਹੋ ਕਰਕੇ ਤੁਹਾਨੂੰ ਮਾਰਾਂਗਾ। ਜੇ ਨਹਿ ਮਾਨੋ ਚਹੂ ਸੰਘਾਰਾ। ਜੇ ਨਹਿ ਮਾਨੋ ਚਾਹੋ ਸੰਘਾਰਾ। ਤੇ ਜੇ ਮੇਰੀ ਇਹ ਗੱਲ ਨਹੀਂ ਮੰਨਦੇ ਤੇ ਤੁਸੀਂ ਚਾਹੁੰਦੇ ਵੀ ਘੋੜੇ ਤੋਂ ਹੀ ਜੰਗ ਕਰਨਾ ਹੈ, ਘੋੜੇ ਦੇ ਚੜਿਆ ਹੋਇਆ, ਤੋ ਕਰ ਲਿਓ ਆਪਣੋ ਵਾਰਾ। ਤਾਂ ਫਿਰ ਤੁਸੀਂ ਆਪਣਾ ਵਾਰ ਕਰ ਲਓ ਜਿਵੇਂ ਤੁਹਾਡੀ ਇੱਛਾ ਹੈ। ਜਥਾ ਪ੍ਰਥਮ ਪਾ ਤੀਰਨ ਸੰਗ। ਜਿਵੇਂ ਕਾਲੇ ਖਾਂ ਕਹਿੰਦਾ ਮਹਾਰਾਜ ਪਹਿਲਾਂ ਤੀਰਾਂ ਦੇ ਨਾਲ ਆਪਾਂ ਇੱਕ ਇੱਕ ਵਾਰ ਕੀਤਾ ਏ, ਤਥਾ ਖੜਗ ਕੋ ਚਾਹੀਏ ਜੰਗ। ਉਸੇ ਤਰ੍ਹਾਂ ਹੁਣ ਬਰਾਬਰ ਦਾ ਕਿਰਪਾਨ ਦਾ ਯੁੱਧ ਹੋਣਾ ਚਾਹੀਦਾ ਹੈ। ਇੱਕ ਦੂਜੇ ਨਾਲ ਤੇਗਾਂ ਸੂਤ ਕੇ ਵੇਖੀਏ, ਢਾਲਾਂ ਲੈ ਕੇ ਵੀ ਕਿਹੜਾ ਜ਼ਿਆਦਾ ਜੰਗੀ ਜਰਨੈਲ ਹੈ। ਹੋਏ ਬਰਾਬਰ ਹੀ ਰਹਵਾਰ। ਬਰਾਬਰ ਹੋ ਕੇ ਮੇਰੇ ਨਾਲ ਜੰਗ ਕਰੋ, ਨਾਲੇ ਮੇਰੇ ਵਾਰ ਵੇਖਿਓ। ਆਪਣੋ ਕੀਜੈ ਬਲ ਸੰਭਾਰ। ਤੇ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਾਲੇ ਖਾਂ ਕਹਿੰਦਾ ਵੀ ਆ ਜਾਓ ਮੇਰੇ ਤੇ ਮੇਰੇ ਬਰਾਬਰ ਆ ਕਰਕੇ। ਹੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣਾ ਬਲ ਸੰਭਾਲ ਕੇ ਆਪਣਾ ਜ਼ੋਰ ਲਾ ਕੇ ਮੇਰੇ ਨਾਲ ਇਹ ਜਿਹੜੀ ਪਟੇਬਾਜ਼ੀ ਦੀ ਇਹ ਗੱਤਕੇ ਦੀ ਵਿਦਿਆ ਹੈ, ਢਾਲਾਂ ਵੇ ਕਿਰਪਾਨਾਂ ਲੈ ਕੇ ਕਰੋ। ਐਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਾਲੇ ਖਾਂ ਨੇ ਪਹਿਲਾਂ ਵੰਗਾਰਿਆ ਤੇ ਸਤਿਗੁਰਾਂ ਦੇ ਤੀਰਾਂ ਦੇ ਨਾਲ ਵਾਰ ਹੋਏ।
ਇਹਦਾ ਘੋੜਾ ਮਾਰਿਆ ਗਿਆ। ਸਤਿਗੁਰਾਂ ਦੇ ਥੋੜਾ ਮੱਥੇ ਨਾਲ ਤੀਰ ਛੋਹਿਆ ਹੈ। ਹੁਣ ਇਹਦੇ ਕਹਿਣ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਿਰਪਾਨ ਦੇ ਨਾਲ ਜਿਵੇਂ ਇਹਦਾ ਯੁੱਧ ਗੁਰੂ ਹਰਗੋਬਿੰਦ ਸਾਹਿਬ ਦੇ ਕਾਲੇ ਖਾਨ ਦਾ ਮੱਚਦਾ ਹੈ। ਕਾਲੇ ਖਾਨ ਦੀ ਵੀ ਪੂਰੀ ਦਲੇਰੀ ਕਵੀ ਜੀ ਨੇ ਦੱਸੀ ਹੈ। ਗੁਰੂ ਹਰਗੋਬਿੰਦ ਸਾਹਿਬ ਦਾ ਵੀਰ ਬਹਾਦਰ ਹੈ ਹੀ। ਇਹ ਸੂਰਮ ਗਤੀ ਵਾਲਾ ਯੁੱਧ ਜਿਹੜਾ ਆਪਾਂ ਆਉਣ ਵਾਲੇ ਸਮੇਂ 'ਚ ਸਰਵਣ ਕਰਾਂਗੇ। ਇੱਥੇ ਸਮੇਂ ਦੀ ਸਮਾਪਤੀ ਹੈ। ਗੁਰੂ ਸਾਹਿਬ ਜੀ ਦੇ ਪਾਵਨ ਯੁੱਧ ਵਿਦਿਆ ਦੇ ਜੰਗੀ ਜੰਗ ਇਤਿਹਾਸ ਵਿਚਾਰਾਂ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਗੁਰੂ ਕਾ ਖਾਲਸਾ ਬਖਸ਼ਣਹਾਰ ਹੈ। ਬਖਸ਼ ਲੈਣਾ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ। ਸਾਰਿਆਂ ਦਾ ਹੀ ਭਲਾ ਹੋਵੇ, ਸਾਰਿਆਂ ਦੇ ਦੁੱਖ ਦੂਰ ਹੋਣ। ਤਥਾ ਪ੍ਰਥਮ ਪਾਤੀਰਨ ਸੰਗ ਤਥਾ ਖੜਗ ਕੋ ਚਹੀਐ ਜੰਗ ਹੋਏ ਬਰਾਬਰ ਹੇਰੋ ਵਾਰ ਆਪਨੋ ਕੀਜੈ ਬਲ ਸੰਭਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰਾਥ ਅਗਮ ਪੂਰਨ ਮੋਹਿ ਮਇਆ ਤਾਰ ਅੰਧ ਖੂਬ ਮਾ ਬਿਆਨ ਨਾਨਕ ਪਾਰਿ ਉਤਾਰ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਦਾ ਕਰ ਸੇਵਨੇ ਵਾਹਿਗੁਰੂ ਪਾਰੇ ਉਤਾਰਨਹਾਰ ਜੋ ਸ਼ਰਦਾ ਕਰ ਸੇਵਨੇ ਵਾਹਿਗੁਰੂ ਪਾਰੇ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।